सच्ची बाणी। जी आड़ा अगना बराबर तपै भीतरा वगै काती प्रणवत नानका हुक्म पछाणै सुख होवे दिन राती सुख होवे दिन राती। इतिहास खालसे दा नहीं को कल्पत कड़ी कहानी सिक्खी ने जन्म लिया तिखी धार तेग दे थानी। हनुमान खालसे दा कई चमकौर वर्गियां गड़ियां सिखां दे सिदक दियां लिखियां नाल खून दे लड़ियां। इतिहास खालसे दा नहीं को कल्पत कड़ी कहानी सिक्खी ने जन्म लिया तिखी धार तेग दे थानी। हनुमान खालसे दा कई चमकौर वर्गियां गड़ियां सिखां दे सिदक दियां लिखियां नाल खून दे लड़ियां। आओ पुछो ततियां तवियां तो दसन की उबल दियां देगा शेर वड जलादा ने किन्नियां खुंडियां कर लईयां तेगा। खुद मिट गए हस्ती तो खुद मिट गए हस्ती तो मन्नियां नहीं दुश्मन दियां तड़ियां सिखां ने सिदक दियां लिखियां नाल खून दे लड़ियां। एक मती दास चीरिया पर शहादत यारा रंबी खोपर तारू सिंह दादी खुंडी लाउंदी हो गई रंबी। तन काट काट यार प्या आइयां जदों अंतलियां कड़ियां सिखां ने सिदक दियां लिखियां नाल खून दे लड़ियां। सिंह 800 कतल करे जो सी ऐन बंदे दे मूरे सी विच असल परखिया दे उतरे 100% पूरे। चले आप कतल गानू खुद बावां करके खड़ियां जी खुद बावां करके खड़ियां सिखां ने सिदक दियां लिखियां नाल खून दे लड़ियां। बेदर्द जलादा ने करके हिको अड कलेजा तुनिया मुंह बंदे दे प्यारे पुत दा कड कलेजा। जग भी मन्ने ना देंदे रहे तकलीफां बड़ियां सिखां ने सिदक दियां लिखियां नाल खून दे लड़ियां। चल अमृतसर तो सी पहुंचे गंगसर जै तो जत्थे विच वर्दी गोली दे हस हस मारे सामने मत्थे। मौत वे आवन तुरे मौत वे आवन नू सेरे बन बन जंजा चढ़ियां सिखां ने सिदक दियां लिखियां नाल खून दे लड़ियां। आओ पुछो अंग्रेजा तो सारा गड़ी की कीता साका आखिर दे दम ताई छड़िया नहीं योधिया नाका। मैं काफिल लिख गया हाँ जिसने कोर तरीका पढ़ियां जिसने कोर तरीका पढ़ियां सिखां ने सिदक दियां लिखियां नाल खून दे लड़ियां। करनैल कबीर ते की निशान विचारे जानन पट्ठी ननकाने दी दे विच मच के कीता चानन। कुर्बानी दे जिंद
ਕਹਿੰਦਾ ਵਾਂਗ ਭਮੱਕੜ ਮੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਪੰਜਾਬੀ ਦੇ ਇੱਕ ਵਿਦਵਾਨ ਨੇ ਕਾਗਜ਼ ਦੀ ਕੋੜੀ ਹਿੱਕ ਤੇ ਚਾੜਕ ਲੈਣਾ ਬੜੀਆਂ ਕਮਾਲ ਦੀਆਂ ਲਿਖੀਆਂ ਏ। ਉਹ ਕਹਿੰਦਾ ਕਦੇ ਮੈਂਤਰਾ ਨਾ ਨਹੀਂ ਮਿਸਾਲ ਬਲਦੀ ਮੁੱਕੇ ਤੇਲ ਤੋਂ ਦੀਵਾ ਹੋ ਗੁਲ ਜਾਵੇ। ਲੱਖ ਯਤਨ ਕਰੀਏ ਭਾਂਡੇ ਨਹੀਂ ਪੈਂਦਾ ਜੇਕਰ ਦੁੱਧ ਜ਼ਮੀਨ ਤੇ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ ਜੇ ਕਿਤੇ ਗੰਢ ਅਥਪਾਕ ਦੀ ਖੁੱਲ੍ਹ ਜਾਵੇ। ਪਾਰਸ ਮਿਟ ਜਾਵੇ ਗਲਤ ਅੱਖੜ ਵਾਂਗੂ ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਉਹ ਕੌਮਾਂ ਦੁਨੀਆ ਤੋਂ ਗਲਤ ਅੱਖੜ ਵਾਂਗੂ ਮਿਟ ਗਈਆਂ ਜਾਂ ਮਿਟਾ ਦਿੱਤੀਆਂ ਜਿਨ੍ਹਾਂ ਨੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਭੁਲਾ ਦਿੱਤਾ। ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪਾਉਂਦਾ ਫਟਕਾਰਾਂ ਜੱਗ ਉਹਨਾਂ ਦੀ ਔਲਾਦ ਨੂੰ। ਸਿਆਣਾ ਤੇ ਲਾਇਕ ਸਪੁੱਤਰ ਉਹੋ ਹੀ ਹੈ ਜਿਹੜਾ ਮਾਤਾ ਪਿਤਾ ਦੀ ਜਾਇਦਾਦ ਵਿੱਚ ਵਾਧਾ ਕਰੇ ਅਤੇ ਨਲਾਇਕ ਉਸ ਨੂੰ ਗਿਣ ਲਿਆ ਜਾਂਦਾ ਜੋ ਮਾਂ ਪਿਓ ਦੀ ਬਖਸ਼ੀ ਹੋਈ ਜਾਇਦਾਦ ਗਵਾ ਲਵੇ। ਮੈਂ ਕਿਸੇ ਦਨਾਵੀਂ ਜਾਇਦਾਦ ਦੀ ਗੱਲ ਨਹੀਂ ਕਰਨੀ ਕਿਉਂਕਿ ਇੱਕ ਰੱਬੀ ਰੰਗ ਦੇ ਰਸ ਵਿੱਚ ਆਪ ਸਾਡੇ ਜੁੜੇ ਬੈਠੇ ਸੀ। ਭਾਈ ਸਾਹਿਬ ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਨੇ ਸਾਂਝੀਆਂ ਕਰਦੇ ਸਨ। ਮੈਂ ਮਨ ਬਣਾਇਆ ਹੈ ਕਿ ਅੱਸੂ ਦਾ ਮਹੀਨਾ ਅਕਤੂਬਰ ਦਾ ਮਹੀਨਾ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡੀ ਥਾਂ ਰੱਖਦਾ ਹੈ ਅਤੇ ਜਿਹੜਾ ਪ੍ਰਸੰਗ ਮੈਂ ਆਪ ਜੀ ਨਾਲ ਅੱਜ ਸਾਂਝਾ ਕਰਨ ਲੱਗਾ ਬੇਸ਼ੱਕ ਮੈਂ ਇਸ ਸਟੇਜ 'ਤੇ ਪਹਿਲੀ ਵਾਰ ਸਿੱਖ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਦੇ ਆ ਹਾਂ। ਸਾਡੇ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਜੰਗ ਬਹਾਦਰ ਜੀ ਨੇ ਸਾਨੂੰ ਆਵਾਜ਼ ਦੇ ਕੇ ਆਖਿਆ ਕਿ ਆਪਾਂ ਗੁਰੂ ਦੀ ਗੱਲ ਕਰੀਏ। ਜਿਹੜਾ ਪ੍ਰਸੰਗ ਮੈਂ ਅੱਜ ਆਪ ਜੀ ਨੇ ਸਾਂਝਾ ਕਰਨਾ ਇਹ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਇੱਕ ਪਿੰਡ ਵੱਸਦਾ ਹੈ ਅਗਵਾਨ। ਚੇਤੇ ਹੈ ਤੁਹਾਨੂੰ ਵੀ ਅਗਵਾਨ ਪਿੰਡ ਕਿਹਦਾ? ਬਹੁਤਿਆਂ ਨੂੰ ਸ਼ਾਇਦ ਘੱਟ ਹੀ ਚੇਤੇ ਹੋਵੇਗਾ। ਉਹ ਮੇਰੀ ਕੌਮ ਦੇ ਕੌਮੀ ਯੋਧੇ ਭਾਈ ਸਤਵੰਤ ਸਿੰਘ ਦਾ ਪਿੰਡ ਹੈ। ਅਗਵਾਨ ਪਿੰਡ ਦੇ ਅੰਦਰ ਬਾਪੂ ਤਰਲੋਕ ਸਿੰਘ ਵੱਸਦਾ ਏ। ਉਹਦੇ ਘਰ ਇੱਕ ਬੱਚੇ ਨੇ ਜਨਮ ਲਿਆ। ਮਾਪਿਆਂ ਨੇ ਨਾਂ ਸਤਨਾਮ ਸਿੰਘ ਰੱਖਿਆ ਸੀ। ਸੱਤਾ ਕਰਕੇ ਮਸ਼ਹੂਰ ਹੋਇਆ। ਉਹਨੂੰ ਭਲਵਾਨੀ ਦਾ ਸ਼ੌਂਕ ਹੈ। ਇੱਕ ਦਿਨ ਉਹ ਭਲਵਾਨੀ ਖੇਡਣ ਗਿਆ ਅਤੇ ਇੱਕ ਉਹਨੂੰ ਨਾਮ ਮਿਲਿਆ ਅਤੇ ਉਹਦੀ ਦਾਦੀ ਕਹਿੰਦੀ ਵੀ ਅੱਜ ਤੋਂ ਇਹਦਾ ਨਾਂ ਸਤਵੰਤ ਰੱਖ ਦਿੱਤਾ ਜਾਵੇ। ਕਿਉਂ ਸਤਵੰਤ ਨਾਂ ਰੱਖਿਆ ਗਿਆ? ਮੈਂ ਕਈ ਵਾਰ ਸੋਚਦਾ ਜਿਹੜੀਆਂ ਜੋੜੀਆਂ ਹੁੰਦੀਆਂ ਇਹ ਧੁਰੋਂ ਬਣ ਕੇ ਆਉਂਦੀਆਂ ਏ। ਸਾਹਿਬਜ਼ਾਦਾ ਬਾਬਾ ਜੋੜਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਜੋੜੀ ਇਤਿਹਾਸ ਦੇ ਪੰਨਿਆਂ ਨੇ ਉਹ ਵੀ ਜੋੜੀ ਵੇਖੀ। ਜੀਤ ਸਿੰਘ ਜੁਝਾਰ ਸਿੰਘ ਦੀ ਜੋੜੀ, ਸੁੱਖਾ ਸਿੰਘ ਮਤਾਬ ਸਿੰਘ ਦੀ ਜੋੜੀ, ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਦੀ ਜੋੜੀ ਅਤੇ ਜੋੜੀ ਬਣਨੀ ਇਤਿਹਾਸ ਦੇ ਪੰਨਿਆਂ 'ਚ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਜਿਹੜੀ ਜੁੱਗੋ ਜੁੱਗ ਤੱਕ ਚਮਕਦੀ ਰਹੇਗੀ। ਜੋੜੀਆਂ ਧੁਰ ਦਰਗਾਹ ਤੋਂ ਬਣ ਕੇ ਆਉਂਦੀਆਂ ਇਸ ਕਰਕੇ ਮਾਪਿਆਂ ਨੇ ਨਾ ਸਤਵੰਤ ਸਿੰਘ ਰੱਖ ਦਿੱਤਾ। ਭਲਵਾਨੀ ਦਾ ਸ਼ੌਂਕ ਸੀ, ਕਬੱਡੀ ਦਾ ਸ਼ੌਂਕ ਸੀ। ਇੱਕ ਦਿਨ ਉਹ ਕੁਸ਼ਤੀ ਖੇਡਣ ਵਾਸਤੇ ਬੰਬੇ ਦੀ ਧਰਤੀ 'ਤੇ ਗਿਆ ਅਤੇ ਉਸ ਕੁਸ਼ਤੀ ਨੂੰ ਵੇਖਣ ਵਾਸਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਉਸ ਕੁਸ਼ਤੀ ਨੂੰ ਵੇਖ ਰਹੀ ਹੈ। ਕੁਸ਼ਤੀ ਜਿੱਤ ਲਈ ਸਤਵੰਤ ਸਿੰਘ ਨੇ। ਇੰਦਰਾ ਗਾਂਧੀ ਨੇ ਹੁਕਮ ਦਿੱਤਾ ਆਪਣੇ ਅਹਿਲਕਾਰਾਂ ਨੂੰ ਵੀ ਇਹ ਜਿਹੜਾ ਜਵਾਨ ਹੈ ਮੇਰੇ ਬਾਡੀਗਾਰਡਾਂ ਵਿੱਚ ਸ਼ਾਮਲ ਕਰ ਲਿਆ ਜਾਵੇ। ਬਾਡੀਗਾਰਡਾਂ ਵਿੱਚ ਸ਼ਾਮਲ ਕਰ ਲਿਆ ਗਿਆ। ਸਰਕਾਰੀ ਨੌਕਰੀ ਮਿਲ ਗਈ। ਕਈ ਵਾਰ ਇੰਦਰਾ ਗਾਂਧੀ ਭਾਸ਼ਣ ਦਿੰਦਿਆਂ ਕਹਿੰਦੀ ਹੁੰਦੀ ਸੀ ਇੱਕ ਬੰਨੇ ਬੇਅੰਤ ਸਿੰਘ ਖਲੋਤਾ ਇੱਕ ਬੰਨੇ ਸਤਵੰਤ ਸਿੰਘ ਖਲੋਤਾ ਅਤੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਇਹਨਾਂ ਵਰਗੇ ਸਿੱਖ ਬਣੋ। ਉਹਦਾ ਕਹਿਣ ਤੋਂ ਭਾਵ ਸੀ ਕਿ ਮੇਰੇ ਵਫਾਦਾਰ ਰਹਿ ਕੇ ਸਿੱਖ ਬਣੋ, ਸਿੱਖੀ ਕਮਾਈ ਜਾ ਸਕਦੀ ਹੈ। ਪਰ ਉਹ ਭੋਲੀ ਕੀ ਜਾਣੇ ਵੀ ਸਿੱਖੀ ਕੀ ਹੈ। ਹੋਵੇ ਜਿਹੜਾ ਇਹਦੇ ਜੋਗਾ ਰਵੇ ਨਾ ਕਿਸੇ ਦੇ ਜੋਗਾ ਜੋਗੇ ਜਿਹੇ ਜੋਗੀਆਂ ਕੋਲ ਲਾਵਾਂ ਮੀਂਹ ਛਿੜਾ ਦੇਵੇ। ਸਿਰੇ ਸਿਰਲਾੜਿਆਂ ਦੀ ਬੰਨ ਦੀ ਤਤੀਰੀਆਂ ਦੇ ਆੜੇ ਹੇਠ ਬੈਠਿਆਂ ਨੂੰ ਖਾੜੇ 'ਤੇ ਚੜਾ ਦੇਵੇ। ਬਿੰਦ ਕੜ ਬੰਦ ਲਵੇ ਬਿੰਦ ਵਿੱਚ ਬੰਦ ਬੰਦ ਉਹਨਾਂ ਦੇ ਲਵਾ ਦੇਵੇ। ਸਮੇਂ ਅੰਗਿਆੜਾਂ ਉੱਤੇ ਸਾੜੇ ਅੰਗਿਆੜ ਦੇਵੇ। ਮੋੜ ਦੇਵੇ ਮੂੰਹ ਤੇ ਤੇਗਾਂ ਤੋਂ ਵੀ ਤਿੱਖੀ ਹੈ। ਇੱਕ ਬਣਾ ਕੱਟੀਏ ਤੇ ਦੂਣੀ ਚੌਣੀ ਫੁੱਟਦੀ ਹੈ। ਐਸੀ ਕੋਈ ਜਾਚ ਇਸ ਜ਼ਿੰਦਗੀ ਦੀ ਸਿੱਖੀ ਹੈ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਹੈ ਸਿੱਖੀ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਉਹ ਵੀ ਸਮਾਂ ਇਤਿਹਾਸ ਦੇ ਪੰਨਿਆਂ ਨੇ ਵੇਖਿਆ। ਵਾੜ ਵਾੜ ਵਿਰੋਧੀਆਂ ਚਾਲ ਚੱਲੀ। ਵਾੜ ਵਾੜ ਸਿੱਖ ਕੌਮ 'ਤੇ ਵਾੜ ਹੋਇਆ। ਕਦੇ ਸਾਡੀ ਕਿਰਪਾਨ 'ਤੇ ਰੋਕ ਲੱਗੀ, ਕਦੇ ਸਾਡੀ ਦਸਤਾਰ 'ਤੇ ਵਾੜ ਹੋਇਆ, ਕਦੇ ਆਸਾ ਜੀ ਦੀ ਵਾੜ 'ਤੇ ਵਾੜ ਹੋਇਆ, ਕਦੇ ਸੁਖਮਣੀ ਸਾਹਿਬ 'ਤੇ ਵਾੜ ਹੋਇਆ। ਜਿੱਥੋਂ ਰੋਸ਼ਨੀ ਲੈਂਦੀ ਹੈ ਕੁੱਲ ਦੁਨੀਆ ਉਸ ਰੋਸ਼ਨ ਮਨਾਰ 'ਤੇ ਵਾੜ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ। ਸਿੱਖੋ ਮੈਂ ਇੱਕ ਬੇਨਤੀ ਕਰਾਂ, ਦੁਨੀਆ ਦੇ ਬੜੇ ਮੰਦਰ ਹੈ, ਅਸੀਂ ਪੌੜੀਆਂ ਤਾਂ ਨੂੰ ਚੜ੍ਹ ਕੇ ਜਾਂਦੇ ਹਾਂ।
ਸੰਸਾਰ ਭਰ ਵਿੱਚ ਕੇਵਲ ਇੱਕੋ ਇੱਕ ਹਰਮੰਦਰ ਸਾਹਿਬ ਹੈ। ਕਿਸੇ ਵੀ ਦਰਵਾਜ਼ੇ ਥਾਣੀ ਆ ਜਾਓ, ਪੌੜੀਆਂ ਉੱਤਰ ਕੇ ਨੀਵੇਂ ਹੋ ਕੇ ਆਉਣਾ ਪੈਂਦਾ, ਝੁੱਕ ਕੇ ਆਉਣਾ ਪੈਂਦਾ ਏ। 4 ਦਰਵਾਜ਼ੇ ਹੈ, ਕਿਸੇ ਵੀ ਦਰਵਾਜ਼ੇ ਥਾਣੀ ਆਓਗੇ ਨੀਵੇਂ ਹੋ ਕੇ ਆਉਣਾ ਪਵੇਗਾ। ਉਹ ਇਸ ਗੱਲ ਦਾ ਸੰਕੇਤ ਹੈ ਕਿ ਮਨ ਹੰਕਾਰ ਦੇ ਟਿੱਲੇ ਤੇ ਨਾ ਚੜ੍ਹ ਕੇ ਆਵੀਂ, ਨਹੀਂ ਤੇ ਨਾਮੋ ਨਿਸ਼ਾਨ ਨਹੀਂ ਲੱਭੇਗਾ। ਨੀਵਾਂ ਹੋ ਕੇ ਆਵੇਂਗਾ ਤੇ ਗੁਰੂ ਰਾਮਦਾਸ ਮਹਾਰਾਜ ਝੋਲੀਆਂ ਭਰਦੇ ਨੇਗੇ। ਇੱਕ ਬੜਾ ਮੁੱਖ ਨੂੰ ਕੜੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨੇ ਹਮਲਾ ਕੀਤਾ ਹਰਮੰਦਰ ਸਾਹਿਬ ਦੇ ਉੱਤੇ। ਹਿੰਦੁਸਤਾਨ ਦੀ ਫੌਜ ਹਰਮੰਦਰ ਸਾਹਿਬ ਉੱਤੇ ਹਮਲਾਵਾਰ ਹੋਈ। ਸਿੱਖ ਬੱਚਿਆਂ ਨੂੰ ਕੋਹ ਕੇ ਮਾਰਿਆ ਗਿਆ, ਬੀਬੀਆਂ ਦੀ ਪੱਤ ਵੀ ਲੁੱਟੀ ਗਈ। ਖੈਰ ਸਮਾਂ ਆਪਣੀ ਚਾਲੇ ਚੱਲਦਾ ਏ। ਕੁਝ ਬੰਦੇ ਮੇਰੀ ਕੌਮ ਵਿੱਚ ਇਹੋ ਜਿਹੇ ਹੋਏ ਹੈ ਜਿਨ੍ਹਾਂ ਨੂੰ ਲੋਕੀ ਸਿਰ ਝੁਕਾਉਂਦੇ ਹੈ, ਅਤੇ ਕੋਈ ਬੰਦੇ ਇਹੋ ਜਿਹੇ ਵੀ ਹੋਏ ਹੈ ਜਿਨ੍ਹਾਂ ਦਾ ਕੋਈ ਨਾਂ ਲੈ ਲਓ ਅਤੇ ਅਗਲਾ ਗਾਲਾਂ ਕੱਢਣ ਲੱਗ ਪੈਂਦਾ ਹੈ। ਪੱਗਾਂ ਵਾਲੇ ਉਸ ਵੇਲੇ ਮੇਰੀ ਕੌਮ ਦਾ ਜਥੇਦਾਰ ਹੋਇਆ ਪ੍ਰੋਫੈਸਰ ਦਰਸ਼ਨ ਸਿੰਘ, ਬੜੇ ਸਿਆਣੇ ਸੱਜਣ ਸਨ, ਅੱਜ ਵੀ ਹੈ। ਪੱਗਾਂ ਵਾਲੇ ਉਸ ਜਥੇਦਾਰ ਨੇ ਫੈਸਲਾ ਕੀਤਾ ਵੀ ਸੁੱਤੀ ਹੋਈ ਕੌਮ ਨੂੰ ਜਗਾਉਣਾ ਚਾਹੀਦਾ। ਆਪਾਂ ਜਿਹੜੇ ਗੁਰਮਤਿ ਸਮਾਗਮ ਕਰਦੇ ਹਾਂ ਨਾ, ਸਮਾਗਮ ਰਚਦੇ ਹਾਂ, ਇਹਦੇ ਪਿੱਛੇ ਇੱਕ ਭਾਵਨਾ ਹੁੰਦੀ ਹੈ ਕਿ ਲੋਕਾਂ ਨੂੰ ਟੁੰਬ ਕੇ ਜਗਾਇਆ ਜਾਵੇ। ਤਾਂ ਮੈਂ ਬੇਨਤੀ ਕਰਾਂ, ਅਕਾਲ ਤਖਤ ਸਾਹਿਬ 'ਤੇ ਹਮਲੇ ਤੋਂ ਬਾਅਦ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਥਾਂ ਥਾਂ 'ਤੇ ਸਮਾਗਮ ਰਚਣੇ ਸ਼ੁਰੂ ਕੀਤੇ। ਉਹਨਾਂ ਨੇ ਇੱਕ ਸਮਾਗਮ ਦਿੱਲੀ ਦੀ ਧਰਤੀ 'ਤੇ ਗੁਰਦੁਆਰਾ ਮੋਤੀ ਬਾਗ ਹੈ, ਉਸ ਜਗ੍ਹਾ 'ਤੇ ਸਮਾਗਮ ਰਚਿਆ। ਉਸ ਸਮਾਗਮ ਦੇ ਅੰਦਰ ਬੋਲਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਿੱਖੋ, ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਉਸ ਵੇਲੇ ਇੱਕ ਐਸਾ ਰਾਗੀ ਹੈ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਦਿੱਤਾ ਸੀ। ਅੱਜ ਉਹ ਸਾਡੇ ਵਿੱਚ ਨਹੀਂ ਰਹੇ। ਭਾਈ ਨਿਰਮਲ ਸਿੰਘ ਜੀ, ਇੱਕ ਬੰਨੇ ਗੋਲੀਆਂ ਚੱਲ ਰਹੀਆਂ ਪਰ ਉਹ ਫਿਰ ਵੀ ਗੁਰਬਾਣੀ ਦੇ ਨਾਲ ਜੁੜੇ ਹੋਏ ਕੀਰਤਨ ਕਰਦੇ ਰਹੇ। ਐਸੀ ਆਵਾਜ਼ ਵਿੱਚ ਉਹਨਾਂ ਕੀਰਤਨ ਕੀਤਾ ਕਿ ਦੁਨੀਆ ਦੀਆਂ ਤੋਪਾਂ, ਦੁਨੀਆ ਦੀਆਂ ਗੋਲੀਆਂ ਔਰ ਬੰਦੂਕਾਂ ਵੀ ਉਹਦੀ ਆਵਾਜ਼ ਨੂੰ ਨਹੀਂ ਸੀ ਦਬਾ ਸਕੀਆਂ। ਭਾਗਾਂ ਵਾਲਿਓ, ਸਾਰਾ ਕੁਝ ਦੱਸਿਆ ਵੀ ਕਿਵੇਂ ਇੱਕ ਜੋੜਾ ਪੁੱਤਰ ਦੀ ਦਾਤ ਲੈਣ ਵਾਸਤੇ ਆਇਆ, ਹਰਮੰਦਰ ਸਾਹਿਬ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਔਰ ਕਿਵੇਂ ਹਰਮੰਦਰ ਸਾਹਿਬ ਉੱਤੇ ਸਿੱਖਾਂ 'ਤੇ ਜ਼ੁਲਮ ਹੋਇਆ। ਸਾਰੀਆਂ ਘਟਨਾਵਾਂ ਜੇ ਮੈਂ ਦੱਸਣ ਲੱਗਾ ਮੈਨੂੰ ਬੜਾ ਲੰਮਾ ਸਮਾਂ ਲੱਗੇਗਾ, ਕਿਉਂਕਿ ਮੈਂ ਥੋੜ੍ਹੇ ਸਮੇਂ ਵਿੱਚ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਉਹਨੇ ਸਾਰਾ ਕੁਝ ਬਿਆਨ ਕੀਤਾ। ਜਦੋਂ ਸਾਰੀਆਂ ਵਿਚਾਰਾਂ ਸੁਣੀਆਂ, ਮੇਰੀ ਕੌਮ ਦੇ ਕੌਮੀ ਯੋਧੇ ਬੇਅੰਤ ਸਿੰਘ ਨੇ, ਪੁਲਿਸ ਵਿੱਚ ਅਸੀਂ ਡਿਊਟੀ ਲੱਗੀ ਹੋਈ ਹੈ, ਉੱਥੇ ਹੈ ਵੀ ਇੰਦਰਾ ਗਾਂਧੀ ਦਾ ਬਾਡੀਗਾਰਡ, ਡਿਊਟੀ ਲੱਗੀ ਹੋਈ ਹੈ, ਵਿਚਾਰਾਂ ਸੁਣੀਆਂ ਹੀ। ਔਰ ਵਿਚਾਰਾਂ ਕਰਦਿਆਂ ਕਰਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਹ ਗੱਲ ਕਹੀ ਵੀ ਸਿੱਖੋ, ਐਤਕੀ ਦੀਵਾਲੀ ਕਾਲੀ ਮਨਾਇਓ, ਕਿਸੇ ਨੇ ਪਟਾਕੇ ਨਹੀਂ ਚਲਾਉਣੇ, ਕਿਸੇ ਨੇ ਮਠਿਆਈ ਨਹੀਂ ਵੰਡਣੀ, ਅਸਤਬਾਜ਼ੀ ਨਹੀਂ ਕਰਨੀ, ਕਾਲੀ ਦੀਵਾਲੀ ਮਨਾਉਣੀ ਹੈ। ਇਹ ਵਿਚਾਰਾਂ ਸੁਣਦਾ ਹੋਇਆ ਬੇਅੰਤ ਸਿੰਘ ਕੇਰ ਸਿੰਘ ਦੇ ਘਰ ਪਹੁੰਚਾ। ਕੇਰ ਸਿੰਘ ਉਹਦਾ ਫੁੱਫੜ ਲੱਗਦਾ ਹੈ। ਉਹਦੇ ਗੱਲ ਲੱਗ ਕੇ ਜਾਂਦਿਆਂ ਧਾਹਾਂ ਮਾਰ ਕੇ ਰੋ ਪਿਆ। ਕਹਿੰਦਾ, ਫੁੱਫੜ ਜੀ, ਇੰਝ ਲੱਗਦਾ ਕਿ ਜਿਵੇਂ ਸੁੱਖਾ ਸਿੰਘ ਮਤਾਬ ਸਿੰਘ ਪੈਦਾ ਹੋਣਗੇ। ਕੇਰ ਸਿੰਘ ਕਹਿਣ ਲੱਗਾ, ਭਤੀਜ, ਇੰਦਰਾ ਗਾਂਧੀ ਨਾਲ ਤੂੰ ਰਹਿਣਾ ਹੈ ਅਤੇ ਸੁੱਖਾ ਸਿੰਘ ਮਤਾਬ ਸਿੰਘ ਹੁਣ ਬੀਕਾਨੇਰ ਤੋਂ ਨਹੀਂ ਆਉਣੇ, ਸਿਰ ਦੇਣਾ ਅਤੇ ਰੱਖਣੀ ਸਿੱਖੀ, ਸੌਦਾ ਇੱਕੋ ਜਿਹਾ। ਬੇਅੰਤ ਸਿੰਘ ਨੇ ਆਪਣੇ ਪਿਸਟਲ ਨੂੰ ਵੇਖਿਆ ਅਤੇ ਬੜੇ ਰੀਝ ਦੇ ਨਾਲ ਪਿਸਟਲ ਨੂੰ ਤੱਕਦਾ ਕਹਿੰਦਾ ਵੀ ਇਹਦੇ 6 ਗੋਲੀਆਂ ਪੈਂਦੀਆਂ। 6 ਗੋਲੀਆਂ ਨਾਲ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨਹੀਂ ਮਰਨ ਲੱਗੀ। ਹੋ ਸਕਦਾ ਬਚ ਜਾਵੇ ਅਤੇ ਅੱਗੇ ਤੋਂ ਵੱਧ ਭਿਆਨਕ ਸਿੱਖਾਂ ਦੇ ਉੱਤੇ ਜ਼ੁਲਮ ਕਰੇ। ਕਿਸੇ ਐਸੇ ਸਾਥੀ ਦੀ ਲੋੜ ਹੈ। ਤੁਰਿਆ ਜਾ ਰਿਹਾ ਸੀ ਪੁਲਿਸ ਲਾਈਨ ਦੇ ਅੰਦਰ, ਅਤੇ ਉਹਦੀ ਨਿਗਾਹ ਸਤਵੰਤ ਸਿੰਘ 'ਤੇ ਪੈ ਗਈ। ਉਸ ਦਿਨ ਸਤਵੰਤ ਸਿੰਘ ਨੇ ਵੀ ਕਾਲੀ ਪੱਗ ਬੰਨ੍ਹੀ ਹੋਈ ਹੈ। ਕੋਲ ਪਹੁੰਚ ਗਿਆ, ਕਹਿੰਦਾ, ਭਾਊ, ਦੀਵਾਲੀ ਤੂੰ ਦਿੱਲੀ ਵਿੱਚ ਮਨਾਉਣੀ ਹੈ ਜਾਂ ਪੰਜਾਬ ਜਾ ਕੇ ਮਨਾਉਣੀ ਹੈ? ਸਤਵੰਤ ਸਿੰਘ ਦੀਆਂ ਧਾਹਾਂ ਨਿਕਲ ਗਈਆਂ। ਕਹਿੰਦਾ, ਮਿੱਤਰਾ, ਤੈਨੂੰ ਦੀਵਾਲੀ ਸੁੱਝਦੀ ਹੈ? ਸਿੱਖਾਂ ਦੇ ਬੱਚੇ ਕੋਹ ਕੇ ਮਾਰੇ ਗਏ ਨੇ, ਬੀਬੀਆਂ ਦੀ ਪੱਤ ਲੁੱਟੀ ਗਈ ਹੈ। ਦੀਵਾਲੀ ਤਾਂ ਹੁਣ ਉਦਣ ਹੀ ਮਨਾਵਾਂਗੇ ਜਿੱਦਣ ਇਸ ਰੰਡੀ ਦਾ ਭੋਗ ਪਾ ਦੇਵਾਂਗੇ। ਗੱਲ ਦੇ ਨਾਲ ਲਾ ਲਿਆ ਬੇਅੰਤ ਸਿੰਘ ਨੇ। ਆਖਿਆ, ਵੀਰਾ, ਤੇਰੇ ਕੇਸ ਕੱਟੇ ਹੋਏ ਆ, ਕਿਉਂਕਿ ਭਲਵਾਨੀ ਕਰਦਾ ਸੀ, ਕੇਸ ਕੁਦਰਤੀ ਕੱਟੇ ਸੀ। ਸਤਵੰਤ ਸਿੰਘ ਕਹਿਣ ਲੱਗਾ, ਕਿਹੜੀ ਗੱਲ ਹੈ? ਮੈਂ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹਾਂ। ਕਈ ਵਾਰ ਕਹਿੰਦਾ, ਇੰਦਰਾ ਗਾਂਧੀ ਭਾਸ਼ਣ ਦਿੰਦਿਆਂ ਕਹਿੰਦੀ ਹੈ ਵੀ ਇਹਨਾਂ ਵਰਗੇ ਸਿੱਖ ਬਣੋ, ਅਤੇ ਕਹਿੰਦਾ ਮੈਨੂੰ ਹੁਣ ਸਿੱਖ ਬਣਨਾ ਹੀ ਪੈਣਾ। ਕਹਿੰਦਾ, ਚੱਲ ਫਿਰ ਅੰਮ੍ਰਿਤਸਰ ਦੀ ਧਰਤੀ 'ਤੇ ਚੱਲੀਏ। ਅੰਮ੍ਰਿਤਸਰ ਦੀ ਧਰਤੀ 'ਤੇ ਬੇਅੰਤ ਸਿੰਘ ਦਾ ਪਰਿਵਾਰ, ਸਰਦਾਰ ਕੇਰ ਸਿੰਘ, ਸਤਵੰਤ ਸਿੰਘ ਪਹੁੰਚੇ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੇ ਵੇਖਿਆ ਇੱਕ ਬੜਾ, ਅਤੇ ਤਿੰਨੇ ਵੀਰ ਇੱਕ ਦੂਜੇ ਦੇ ਗੱਲ ਲਾ ਕੇ ਭੁੱਬਾਂ ਮਾਰ ਕੇ ਰੋ ਉੱਠੇ। ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ, ਸਾਡੇ 'ਤੇ ਕਿਰਪਾ ਕਰੀ, ਅਸੀਂ ਇਸ ਧਰਤੀ 'ਤੇ ਡੁੱਲੇ ਹੋਏ ਖੂਨ ਦਾ ਬਦਲਾ ਲਈਏ। ਬੇਅੰਤ ਸਿੰਘ ਅਤੇ ਕੇਰ ਸਿੰਘ ਦਿੱਲੀ ਪਹੁੰਚ ਗਏ, ਪਰ ਸਤਵੰਤ ਸਿੰਘ ਦਿੱਲੀ ਨਹੀਂ ਗਿਆ।
ਇਹ ਆਪਣੇ ਪਿੰਡ ਅਗਵਾਨ ਆ ਗਿਆ। ਅਗਵਾਨ ਆ ਕੇ ਆਪਣੇ ਬਾਪੂ ਨੂੰ ਕਹਿੰਦਾ, ਬਾਪੂ ਜਿਸ ਦੇ ਨਾਲ ਮੇਰੀ ਮੰਗਣੀ ਹੋਈ ਹੈ ਸਰਿੰਦਰ ਕੌਰ ਦੇ ਨਾਲ, ਮੈਂ ਇੱਕ ਬੜਾ ਉਹਨੂੰ ਮਿਲਣਾ ਚਾਹੁੰਦਾ ਹਾਂ। ਪੁੱਤਰਾ ਤੇਰਾ ਵਿਆਹ ਕਰ ਦਿੰਦੇ ਹਾਂ। ਬਾਪੂ ਮੇਰਾ ਵਿਆਹ ਇਹੋ ਜਿਹਾ ਹੋਵੇਗਾ ਕਿ ਦੁਨੀਆ ਦੇ ਲੋਕ ਨਾ ਤਾਂ ਇਹੋ ਜਿਹਾ ਵਿਆਹ ਵੇਖ ਸਕਣਗੇ, ਨਾ ਹੀ ਕਿਸੇ ਦਾ ਇਹੋ ਜਿਹਾ ਵਿਆਹ ਹੋਵੇਗਾ, ਦੁਨੀਆ ਤੋਂ ਮੇਰਾ ਨਿਆੜਾ ਵਿਆਹ ਹੋਣਾ, ਪਰ ਮੈਂ ਮਿਲਣਾ ਚਾਹੁੰਦਾ ਹਾਂ। ਭਾਬੀ ਵੀ ਕਹਿਣ ਲੱਗੀ, ਸਤਵੰਤ ਵਿਆਹ ਤੋਂ ਪਹਿਲੋਂ ਮਿਲਦੇ ਹਾਂ ਚੰਗੇ ਨਹੀਂ ਲੱਗੀਦਾ, ਤੇਰਾ ਵਿਆਹ ਕਰ ਦਿੰਦੇ ਹਾਂ। ਕਹਿੰਦਾ ਭਾਬੀ ਇਸ ਸਾਲ ਮਸਾਂ ਮੇਰੀ ਮੁੱਛ ਫੁੱਟੀ ਹੈ, ਨਾਲੇ ਮੁੱਕ ਚੱਲੀ ਮੇਰੀ ਆਹ ਛੁੱਟੀ ਹੈ, ਦਿਲ ਵਾਲੀ ਘੁੰਡੀ ਤੁਹਾਨੂੰ ਨਾ ਸੁਣਾਉਣੀ ਹੈ ਤੇ ਬਾਜਾਂ ਹੱਲੇ ਅੰਬੜਾਂ ਤੋਂ ਕੂੰਜ ਲਾਉਣੀ। ਉਹਦਾ ਇਸ਼ਾਰਾ ਇੰਦਰਾ ਗਾਂਧੀ ਵੱਲੇ ਸੀ। ਪਰਿਵਾਰ ਦੇ ਜੀ ਨੇ ਫੈਸਲਾ ਕੀਤਾ ਵੀ ਮੁਲਾਕਾਤ ਕਰਾ ਦੇਣੀ ਚਾਹੀਦੀ ਹੈ। ਉਹਦੀ ਮੰਗੇਤਰ ਨੂੰ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਹੈ ਰਮਦਾਸ, ਉਸ ਜਗ੍ਹਾ 'ਤੇ ਬੁਲਾਇਆ ਗਿਆ। ਦੋਵੇਂ ਪਰਿਵਾਰ ਇਕੱਠੇ ਹੋਏ। ਕੇਵਲ ਉਹਨੇ ਸਰਿੰਦਰ ਕੌਰ ਦੇ ਨਾਲ ਦੋ ਕੀ ਗੱਲਾਂ ਕੀਤੀਆਂ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਤਾਂ ਸਤਵੰਤ ਸਿੰਘ ਕਹਿੰਦਾ, ਸਰਿੰਦਰ ਮੈਂ ਦਿੱਲੀ ਦੀ ਧਰਤੀ 'ਤੇ ਜਾਣਾ ਏ, ਉੱਥੇ ਮੈਂ ਇੱਕ ਇਮਤਿਹਾਨ ਦੇਣਾ ਹੈ ਅਤੇ ਅਰਦਾਸ ਕਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅੱਗੇ ਕਿ ਮੈਂ ਇਮਤਿਹਾਨ ਤੋਂ ਪਾਸ ਹੋ ਜਾਵਾਂ। ਅਤੇ ਇਹ ਵੀ ਗੱਲ ਚੇਤੇ ਰੱਖੀ ਵੀ ਪ੍ਰੀਖਿਆ ਤੇਰੀ ਵੀ ਹੋਣੀ, ਪੇਪਰ ਤੇਰੇ ਵੀ ਪੈਣੇ ਹੈ, ਤੂੰ ਵੀ ਤਿਆਰੀ ਕਰ ਲਈ। ਸਰਿੰਦਰ ਕੌਰ ਭੋਲੀ ਹੈ, ਉਹ ਸੋਚਦੀ ਹੈ ਕਿ ਮੇਰਾ ਪਤੀ ਪੁਲਿਸ ਵਿੱਚ ਹੈ, ਉਹਨੇ ਨੌਕਰੀ ਵਾਸਤੇ ਕੋਈ ਤਰੱਕੀ ਲੈਣ ਵਾਸਤੇ ਕੋਈ ਪੇਪਰ ਦੇਣਾ ਹੋਵੇਗਾ। ਕਹਿੰਦੀ ਪਤੀ ਦੇਵ ਮੈਂ ਅਰਦਾਸ ਕਰਾਂਗੀ। ਸਤਵੰਤ ਸਿੰਘ ਦਿੱਲੀ ਪਹੁੰਚਿਆ। ਦਿਨ 31 ਅਕਤੂਬਰ ਦਾ ਆਇਆ। ਇੱਧਰੋਂ ਫੋਟੋ ਫਿਲਮ ਸਟਾਰਾਂ ਨਾਲ ਲਵਾ ਕੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਤੁਰੀ ਆਉਂਦੀ ਹੈ। ਬੇਅੰਤ ਸਿੰਘ ਨੇ ਗੇਟ ਖੋਲ੍ਹਿਆ, ਪਿਸਟਲ ਕੱਢਿਆ ਏ। ਉਸ ਪਿਸਟਲ 'ਚੋਂ ਪਹਿਲੀ ਗੋਲੀ ਇੰਦਰਾ ਗਾਂਧੀ ਦੀ ਹਿੱਕ 'ਚ ਠੋਕੀ ਹੈ। ਲੋਟਣੀਆਂ ਖਾਂਦੀ ਹੋਈ ਧਰਤੀ 'ਤੇ ਡਿੱਗੀ ਹੈ। 6 ਦੀਆਂ 6 ਗੋਲੀਆਂ ਸੂਰਮੇ ਨੇ ਪਿਸਟਲ ਖਾਲੀ ਕਰ ਦਿੱਤਾ। ਇੰਨਾ ਚਿਰ ਨੂੰ ਸਤਵੰਤ ਸਿੰਘ ਅੱਗੇ ਆਇਆ। ਸਤਵੰਤ ਸਿੰਘ ਨੇ ਗੋਡਾ ਲਾ ਕੇ ਸਟੇਨ ਗਨ ਸਿੱਧੀ ਕਰ ਲਈ। ਇੰਦਰਾ ਗਾਂਧੀ ਦੀ ਡਾਟ ਨਿਕਲ ਗਈ। ਕਹਿੰਦੀ, ਅੜੇ ਸਤਵੰਤ ਜੇ ਕਿਆ ਕਰਨੇ ਲੱਗੇ ਹੋ? ਕਹਿੰਦਾ, ਬੀਬੀ ਰਾਣੀ ਤੂੰ ਰੋਜ਼ ਕਹਿੰਦੀ ਸਾਂ ਸਿੱਖ ਬਣੋ ਅਤੇ ਅਸੀਂ ਸਿੱਖ ਬਣ ਕੇ ਵਿਖਾਉਣ ਲੱਗੇ ਹਾਂ। 28 ਦੀਆਂ 28 ਗੋਲੀਆਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੇ ਸੀਨੇ ਵਿੱਚ ਯੋਧਿਆਂ ਨੇ ਜਿਵੇਂ ਠੋਕੀਆਂ, ਉਸ ਵੇਲੇ ਦੇ ਨਕਸ਼ੇ ਨੂੰ ਮੇਰੇ ਸਾਥੀ ਇਉਂ ਬਿਆਨ ਕਰਦੇ। 31 ਅਕਤੂਬਰ ਦੇ 9:30 ਸੁਬਾਹ ਦੇ ਵੱਜੇ, ਕੋਈ ਖਾਸ ਤਿਆਰੀ ਜੋ ਅਵਸਰ ਫਿਰਨ ਦਫ਼ਤਰੀ ਭੱਜੇ। ਜਜ਼ਬਾ ਗੈਰਤ ਦਾ ਦੋਵੇਂ ਤੁਰ ਪਏ ਮਰਦ ਸ਼ਿਕਾਰੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। 31 ਅਕਤੂਬਰ ਦੇ 9:30 ਸੁਬਾਹ ਦੇ ਵੱਜੇ, ਕੋਈ ਖਾਸ ਤਿਆਰੀ ਜੋ ਅਵਸਰ ਫਿਰਨ ਦਫ਼ਤਰੀ ਭੱਜੇ। ਜਜ਼ਬਾ ਗੈਰਤ ਦਾ ਦੋਵੇਂ ਮੁਰ ਪਏ ਮਰਦ ਸ਼ਿਕਾਰੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਆਓ ਜਦ ਨਿਕਲੀ ਕੋਠੀ ਚੋਂ ਆ ਗਈ ਰੇਜ ਸਿੰਘਾਂ ਦੇ ਅੰਦਰ, ਦਿਲ ਲਾਂਬੂ ਮਚਦਾ ਸੀ ਆਉਂਦਾ ਯਾਦ ਜਦੋਂ ਹਰਮੰਦਰ। ਜਿਨ ਤਪਦਾ ਦਿਲ ਠਾਰਨ ਲਈ ਲਾਤੀ ਦਾਤੇ ਜਿੰਦ ਪਿਆਰੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਸਤਵੰਤ ਸਿੰਘ ਸੂਰਮੇ ਨੇ ਪਲ ਵਿੱਚ ਵਰਤੀ ਸੀ ਹੁਸ਼ਿਆਰੀ। ਬੇਅੰਤ ਸਿੰਘ ਸੂਰਮੇ ਨੇ ਸੈਨਤ ਨਾਲ ਨਿਗਾਹ ਦੇ ਮਾਰੀ। ਵਿੱਚ ਖੂਨ ਦੇ ਰੰਗ ਦਿੱਤੀ, ਵਿੱਚ ਖੂਨ ਦੇ ਰੰਗ ਦਿੱਤੀ ਉਹਦੀ ਬਾਨੀ ਸਾੜੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਦੋਸ਼ੀ ਹਰਮੰਦਰ ਦੀ ਸਿੰਘਾਂ ਫਿਲਟਰ ਵਰਗੀ ਕਰਤੀ, ਗਸ਼ ਖਾ ਕੇ ਡਿੱਗੀ ਜਾ ਹੋ ਗਈ ਲਾਲ ਖੂਨ ਨਾਲ ਧਰਤੀ। ਝੱਟ ਫੈਰੰਗ ਕਰਕੇ ਤੇ ਇੰਦਰਾ ਦਾਣਿਆਂ ਵਾਂਗਰ ਰਾੜੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਵਿੱਚ ਰਾਜ ਨਸ਼ੇ ਦੇ ਸੀ ਪਾਪਣ ਕੀਤੀਆਂ ਸੀ ਮਣਿਆਈਆਂ। ਟਿੱਕੀਆਂ ਦੇ 31 ਪਾ ਸਿੰਘਾਂ ਸਿਰੋਂ ਭਾਜੀਆਂ ਲਾਈਆਂ। ਡਰਦੀ ਨਾ ਰੱਬ ਕੋਲੋਂ, ਡਰਦੀ ਨਾ ਰੱਬ ਕੋਲੋਂ, ਫੜ ਕੇ ਕਾਲ ਦੇ ਪਿੰਜਰੇ ਤਾੜੀ, ਫੜ ਕੇ ਕਾਲ ਦੇ ਪਿੰਜਰੇ ਤਾੜੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ।
ਵਾਸਤੇ ਸ਼ੁਰੂ ਕੀਤਾ ਹੋਇਆ। ਬੇਸ਼ੱਕ ਭਾਈ ਸਾਹਿਬ ਕਹਿੰਦੇ ਨੇ ਕਿ ਇਹ ਪ੍ਰਸੰਗ ਵੱਡੀਆਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦਾ। ਖੈਰ 31 ਅਕਤੂਬਰ ਵਾਲੇ ਦਿਨ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨੂੰ ਗੁਰੂ ਕਿਆਂ ਲਾਲਾ ਨੇ ਸੋਧ ਦਿੱਤਾ। ਬੇਅੰਤ ਸਿੰਘ ਨੇ ਹਥਿਆਰ ਰੱਖ ਦਿੱਤੇ ਹੈ, ਆਤਮ ਸਰਪਣ ਕਰ ਦਿੱਤਾ। ਕਮਾਂਡੋ ਨੇ ਗੋਲੀਆਂ ਚਲਾਈਆਂ। ਬੇਅੰਤ ਸਿੰਘ ਮੌਕੇ 'ਤੇ ਸ਼ਹੀਦ ਹੋ ਗਿਆ। ਸਤਵੰਤ ਸਿੰਘ ਦੇ ਇੱਕ ਰੀੜ੍ਹ ਦੀ ਹੱਡੀ 'ਚ ਗੋਲੀ ਲੱਗੀ, ਜਿਹੜੀ ਕਿਸੇ ਨੇ ਨਹੀਂ ਕੱਢੀ। ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਤਸੀਹੇ ਦੇਣੇ ਸ਼ੁਰੂ ਹੋਏ, ਬੜੇ ਭਿਆਨਕ ਤਸੀਹੇ ਦਿੱਤੇ ਗਏ। ਇਹ ਵੀ ਆਖਿਆ ਗਿਆ ਵੀ ਕਹਿ ਦਿਓ ਕਿ ਡਾਲਰ ਲੈ ਕੇ ਇੰਦਰਾ ਗਾਂਧੀ ਨੂੰ ਮਾਰਿਆ ਏ। ਉਹ ਕਹਿੰਦਾ ਕਿ ਮੈਨੂੰ ਮਾਇਆ ਦੀ ਭੁੱਖ ਨਹੀਂ, 40 ਕਿੱਲੇ ਜ਼ਮੀਨ ਆਉਂਦੀ ਹੈ, ਮੈਂ ਜੋ ਕੁਝ ਕੀਤਾ ਕੇਵਲ ਅਤੇ ਕੇਵਲ ਮੈਂ ਧਰਮ ਦੇ ਨਾਂ 'ਤੇ ਕੀਤਾ ਏ। ਵੀਰ ਜੰਗ ਬਹਾਦਰ ਨੂੰ ਮੈਂ ਬੇਨਤੀ ਕਰਾਂ, ਇਸ ਪ੍ਰਸੰਗ ਦੀ ਮੈਂ ਜ਼ਿੰਮੇਵਾਰੀ ਲੈਣਾ। ਜੇ ਕੋਈ ਕਹੇਗਾ ਤਾਂ ਮੈਂ ਆਪ ਜੀ ਦੇ ਭਾਗਾਂ ਵਾਲਿਓ ਤਸੀਹੇ ਦਿੱਤੇ ਜਾ ਰਹੇ ਸੀ ਗੁਰੂ ਕੇ ਲਾਲ ਨੂੰ। ਔਰ ਇੱਧਰ ਬਾਪੂ ਨੂੰ ਪਤਾ ਲੱਗਾ, ਬਾਪੂ ਤਰਲੋਕ ਸਿੰਘ ਨੂੰ। ਬਾਪੂ ਤਰਲੋਕ ਸਿੰਘ ਪਹੁੰਚੇ। ਪੁੱਤਰ ਦੀ ਹਾਲਤ ਵੇਖ ਕੇ ਜਰਿਆ ਨਾ ਗਿਆ। ਆਖਿਆ ਬਾਪੂ। ਤਰਲੋਕ ਸਿੰਘ ਕਹਿਣ ਲੱਗਾ ਪੁੱਤਰਾ ਹੁਣ ਸੁਰਿੰਦਰ ਕੌਰ ਨੂੰ ਮਿਲਣ ਨੂੰ ਜੀ ਨਹੀਂ ਕਰਦਾ। ਕਹਿੰਦਾ ਬਾਪੂ ਜੀ ਤਾਂ ਕਰਦਾ ਏ, ਪਰ ਇਸ ਜੇਲ੍ਹ ਵਿੱਚ ਮਿਲਾਵੇਗਾ ਕੌਣ? ਕਹਿੰਦਾ ਮੈਂ ਅਗਲੀ ਮੁਲਾਕਾਤ 'ਤੇ ਆਪਣੀ ਧੀ ਨੂੰ ਲੈ ਕੇ ਆਵਾਂਗਾ। ਅਗਲੀ ਮੁਲਾਕਾਤ ਆਈ। ਬਾਪੂ ਤਰਲੋਕ ਸਿੰਘ ਆਪਣੀ ਧੀ ਸੁਰਿੰਦਰ ਕੌਰ ਨੂੰ ਲੈ ਕੇ ਗਿਆ, ਨੂੰਹ ਨੂੰ ਲੈ ਕੇ ਗਿਆ। ਹਿੰਦੁਸਤਾਨ ਦੇ ਅਧਿਕਾਰੀਆਂ ਨੇ ਆਖਿਆ ਮੁਲਾਕਾਤ ਨਹੀਂ ਹੋ ਸਕਦੀ। ਹੱਕ ਹੈ, ਕੋਈ ਵੀ ਬੰਦਾ ਕਿਸੇ ਕੈਦੀ ਦੀ ਮੁਲਾਕਾਤ ਕਰ ਸਕਦਾ, ਕਾਨੂੰਨ ਹੈ, ਪਰ ਆਖਿਆ ਵੀ ਇਹ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਮੰਗੇਤਰ ਹੈ, ਇਹਦਾ ਕਿਹੜਾ ਵਿਆਹ ਹੋਇਆ। ਵਾਪਸ ਮੋੜ ਦਿੱਤੀ ਉਹ ਬੱਚੀ। ਅਦਾਸ ਹੋ ਗਈ। ਪਰਿਵਾਰ ਨੇ ਫੈਸਲਾ ਕੀਤਾ ਵੀ ਇਸ ਬੱਚੀ ਦੀ ਸ਼ਾਦੀ ਸਤਵੰਤ ਸਿੰਘ ਦੇ ਛੋਟੇ ਭਰਾ ਸਰਵੰਤ ਸਿੰਘ ਨਾਲ ਕਰ ਦਿੱਤੀ ਜਾਵੇ। ਪਰਿਵਾਰ ਦੀ ਮੈਂਬਰ ਹੋਣ ਕਰਕੇ ਇਹਦੀ ਮੁਲਾਕਾਤ ਹੋ ਜਾਵੇਗੀ। ਬੱਚੀ ਨੂੰ ਪਤਾ ਲੱਗਾ ਤੇ ਉਹ ਕਹਿੰਦੀ ਇਹ ਕਦੇ ਨਹੀਂ ਹੋ ਸਕਦਾ, ਕਿਸੇ ਹੋਰ ਦੀ ਹੋਣ ਦੇ ਨਾਲੋਂ ਮੈਂ ਸਤਵੰਤ ਸਿੰਘ ਦੀ ਵਿਧਵਾ ਅਖਵਾ ਕੇ ਜੀਵਨ ਗੁਜ਼ਾਰ ਲਵਾਂਗੀ। ਸ਼ਾਦੀ ਕਰਾਂਗੀ ਤੇ ਕੇਵਲ ਸਤਵੰਤ ਸਿੰਘ ਦੇ ਨਾਲ ਕਰਾਂਗੀ। ਮਸਲਾ ਬੜਾ ਵੱਡਾ ਸੀ। ਗੱਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਗਈ। ਅਕਾਲ ਤਖਤ ਸਾਹਿਬ ਦਾ ਜਥੇਦਾਰ ਬੈਠਾ ਹੋਇਆ, ਦਮਦਮੀ ਟਕਸਾਲ ਦੇ ਸਿੰਘ ਬੈਠੇ ਹੋਏ ਨੇ, ਬੱਚੀ ਨੂੰ ਸਮਝਾਉਂਦੇ ਆਏ। ਪਰਿਵਾਰ ਦੇ ਮੈਂਬਰਾਂ ਨੇ ਸਮਝਾਉਣਾ ਸ਼ੁਰੂ ਕੀਤਾ। ਬੱਚੀ ਸਾਰੀਆਂ ਵਿਚਾਰਾਂ ਸੁਣ ਤੋਂ ਬਾਅਦ ਕਹਿੰਦੀ ਵੀ ਜੇ ਇਹਦੀ ਜ਼ਿੰਦਗੀ ਦਾ ਫੈਸਲਾ ਕਰਨਾ ਕਿ ਉਹਨੂੰ ਬੋਲਣ ਦਾ ਹੱਕ ਹੈ। ਉਹਨੇ ਆਖਿਆ ਹਾਂ ਬੇਟਾ ਬੋਲ ਸਕਦੇ ਜੇ। ਆਓ ਵੀ ਤੱਕੀਏ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਖਲੋਤੀ ਹੋਈ ਮੇਰੀ ਕੌਮ ਦੇ ਕੌਮੀ ਯੋਧੇ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ, ਗਲ ਵਿੱਚ ਪੱਲਾ ਪਾ ਕੇ ਜਿਹੜੇ ਚੰਦ ਸ਼ਬਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪਰਿਵਾਰ ਦੇ ਜੀਆਂ ਨਾਲ ਸਾਂਝੇ ਕਰਦੇ ਨੇ, ਉਹਨਾਂ ਸ਼ਬਦਾਂ ਨੂੰ ਮੇਰੇ ਨਾਲ ਦੇ ਸਾਥੀ ਇਉਂ ਬਿਆਨ ਕਰਦੇ। ਦਾਸੀ ਨਿਮਾਣੀ ਦੀ ਮੇਰੀ ਇੱਕੋ ਇੱਕ ਅਰਜ਼ੋਈ ਹੈ, ਤਖਤ ਅਕਾਲ ਅੱਗੇ ਉਂਝ ਤਾਂ ਮੇਰਾ ਉਜਰ ਨਾ ਕੋਈ ਹੈ। ਤਖਤ ਅਕਾਲ ਅੱਗੇ ਉਂਝ ਤਾਂ ਮੇਰਾ ਉਜਰ ਨਾ ਕੋਈ। ਸ਼ਾਹੀਦ ਦੀ ਪਤਨੀ ਦਾ ਮੈਥੋਂ ਰੁਤਬਾ ਕੋਈ ਨਾ ਖੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਦਾਸੀ ਨਿਮਾਣੀ ਦੀ ਮੇਰੀ ਇੱਕੋ ਇੱਕ ਅਰਜ਼ੋਈ ਹੈ, ਤਖਤ ਅਕਾਲ ਅੱਗੇ ਉਂਝ ਤਾਂ ਮੇਰਾ ਉਜਰ ਨਾ ਕੋਈ ਹੈ। ਤਖਤ ਅਕਾਲ ਅੱਗੇ ਉਂਝ ਤਾਂ ਮੇਰਾ ਉਜਰ ਨਾ ਕੋਈ। ਸ਼ਾਹੀਦ ਦੀ ਪਤਨੀ ਦਾ ਮੈਥੋਂ ਰੁਤਬਾ ਕੋਈ ਨਾ ਖੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜਿੰਨੇ ਕੌਮ ਦੀ ਪੱਗ ਰੱਖੀ ਉਸ ਦੀ ਦਾਸੀ ਮੈਂ ਅਖਵਾਵਾਂ, ਛੱਡ ਲਾਲ ਕੀਮਤੀ ਨੂੰ ਕਿਉਂ ਮੈਂ ਕੌਡਾ ਵਿੱਚ ਰਲ ਜਾਵਾਂ। ਛੱਡ ਲਾਲ ਕੀਮਤੀ ਨੂੰ ਕਿਉਂ ਮੈਂ ਕੌਡਾ ਵਿੱਚ ਰਲ ਜਾਵਾਂ। ਪੱਤੀ
ਵਰਤਾ ਨਾਰੀ ਨੂੰ ਜਗ ਦਾ ਕੋਈ ਸੁੱਖ ਨਾ ਮੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਹਰ ਘਰ ਵਿੱਚ ਜੰਮਦੇ ਨਹੀਂ ਐਸੇ ਅਣਖੀ ਮਰਦ ਫਰਿਸ਼ਤੇ, ਕਿਤੇ ਵੱਡਿਆਂ ਭਾਗਾਂ ਨਾਲ ਜੁੜਦੇ ਨਾਲ ਸ਼ਹੀਦਾਂ ਰਿਸ਼ਤੇ, ਕਿਤੇ ਵੱਡਿਆਂ ਭਾਗਾਂ ਨਾਲ ਜੁੜਦੇ ਨਾਲ ਸ਼ਹੀਦਾਂ ਰਿਸ਼ਤੇ। ਰੱਬ ਦਾ ਵਦਾਨ ਹੈ ਹੰਸ ਦੇ ਨਾਲ ਹੰਸਣੀ ਸੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਸਦਾ ਖੇੜਾ ਉਹਦੇ ਲਈ ਜਿਹਦੇ ਹਿਰਦੇ ਪਤੀ ਹੈ ਵਸਿਆ, ਜਿਹਨੂੰ ਕੰਤ ਵਸਾਰ ਦਿੱਤਾ ਉਹਦੇ ਲਈ ਸਦਾ ਹੈ ਮਸਿਆ, ਜਿਹਨੂੰ ਕੰਤ ਵਸਾਰ ਦਿੱਤਾ ਉਹਦੇ ਲਈ ਸਦਾ ਹੈ ਮਸਿਆ। ਛੱਡ ਮਰਦ ਮਜਾਦ ਤਾਈ ਕੌਣ ਜੋ ਭਾਰ ਜ਼ਮੀਰ ਦਾ ਢੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਦੁੱਖ ਸੁੱਖ ਵਿਛੋੜਾ ਜੋ ਇਹ ਸਭ ਵਾਹਿਗੁਰੂ ਦੀਆਂ ਦਾਤਾਂ, ਕੱਟ ਜਾਵਣ ਪਾੜੇ ਚ ਭਾਵੇਂ ਕਿੰਨੀਆਂ ਲੰਮੀਆਂ ਰਾਤਾਂ, ਕੱਟ ਜਾਵਣ ਪਾੜੇ ਚ ਭਾਵੇਂ ਕਿੰਨੀਆਂ ਲੰਮੀਆਂ ਰਾਤਾਂ। ਫੇਰ ਹੁੰਦੀਆਂ ਚੋਟਾਂ ਖਾਂ ਧਰਮਣ ਕਦੇ ਟੰਨ ਨਾ ਧੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜੱਗੋਂ ਵੱਖਰੀ ਕਾਰ ਕੋਈ ਕਰਗੀ ਨਿਹੰਗ ਖਾਣ ਦੀ ਪੁੱਤਰੀ, ਸਾਰੀ ਉਮਰ ਕੁਵਾਰੀ ਰਹਿ ਧਰਮਣ ਸਿਦਕ ਚ ਪੂਰੀ ਉਤਰੀ, ਸਾਰੀ ਉਮਰ ਕੁਵਾਰੀ ਰਹਿ ਧਰਮਣ ਸਿਦਕ ਚ ਪੂਰੀ ਉਤਰੀ। ਬਸ ਪਿਤਾ ਦੇ ਕਹਿਣੇ ਉੱਤੇ ਤਨ ਮਨ ਤਾਜ ਸਿਖਰ ਨੂੰ ਛੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜਿੰਦ ਸਫਲੀ ਹੋ ਜਾਵੇ ਨਿਭ ਜੇ ਸੱਚੀ ਸੁੱਚੀ ਰੀਤੀ, ਨਾ ਚਾਕੇ ਹੋਰ ਵੱਲੇ ਜਿਸ ਦੀ ਪੀਆ ਨਾਲ ਪ੍ਰੀਤੀ, ਨਾ ਚਾਕੇ ਹੋਰ ਵੱਲੇ ਜਿਸ ਦੀ ਪੀਆ ਨਾਲ ਪ੍ਰੀਤੀ। ਮੈਂ ਧਰਮ ਨਭਾ ਜਾਵਾਂ, ਮੈਂ ਧਰਮ ਨਭਾ ਜਾਵਾਂ, ਸਿਦਕ ਨੂੰ ਕੋਈ ਆਚ ਨਾ ਮੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਜੇ ਆਗਿਆ ਕਰ ਲਾ ਮੈਂ ਸਿੰਘ ਦੀ ਤਸਵੀਰ ਨਾਲ ਸ਼ਾਦੀ, ਉਸ ਦੂਲੇ ਅਣਖੀ ਦੀ ਪਤਨੀ ਹੋਣ ਦੀ ਮਿਲੇ ਉਪਾਦੀ, ਉਸ ਦੂਲੇ ਅਣਖੀ ਦੀ ਪਤਨੀ ਹੋਣ ਦੀ ਮਿਲੇ ਉਪਾਦੀ। ਵਿਪਤਾ ਦੀਆਂ ਕੜੀਆਂ ਚੋਂ ਕਿਧਰ ਨੈਣੋ ਨੀਰ ਨਾ ਚੋਵੇ, ਕਿਧਰ ਨੈਣੋ ਨੀਰ ਨਾ ਚੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ, ਜੋ ਅਸਲ ਸੁਹਾਗਣ ਹੈ ਦੱਸੋ ਕਿਵੇਂ ਹੋਰ ਦੀ ਹੋਵੇ। ਇਹੋ ਕਵਿਤਾ ਕਿਉਂਕਿ ਸਾਡੇ ਗੁਰੂ ਕੇ ਵਜ਼ੀਰ ਦਾ ਮਨ ਨਹੀਂ ਕਰਦਾ, ਇਹ ਨਹੀਂ ਹੈ ਕਿ ਸਾਨੂੰ ਪਹਿਲਾ ਪ੍ਰਕਾਸ਼ ਆਉਂਦਾ ਨਹੀਂ, ਕੜੀਏ ਮੋਮਬੱਤੀ ਤੋਂ ਲੈ ਕੇ ਭਾਖੜਾ ਡੈਮ ਤੱਕ ਚੀਜ਼ਾਂ ਹੈ ਜਿਹੜੀਆਂ ਚਾਨਣ ਪੈਦਾ ਕਰਦੀਆਂ। ਮਾਫ ਕਰਨਾ, ਸਾਡੇ ਅਜੇ ਦਿਲਾਂ ਅੰਦਰ ਹਨੇਰੇ ਹੈ, ਸਾਡੇ ਅੰਦਰ ਇੰਨਾ ਕੁ ਡਰ ਪੈ ਗਿਆ ਕਿ ਅਸੀਂ ਕੌਮ ਦੇ ਕੌਮੀ ਯੋਧਿਆਂ ਦਾ ਵੀ ਸਤਿਕਾਰ ਨਹੀਂ ਕਰ ਸਕਦੇ। ਖੈਰ ਮੈਂ ਇਸ ਬੰਨੇ ਨਾ ਜਾਵਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਉਂ ਫੈਸਲਾ ਕੀਤਾ ਕਿ ਇਸ ਮਹਾਨ ਗ੍ਰੰਥ ਨੂੰ ਰਚਿਆ ਜਾਵੇ?
ਮੈਨੂੰ ਆਪਣੀ ਜ਼ਿੰਦਗੀ 'ਚ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨਾਲ ਸਫ਼ਰ ਕਰਨ ਦਾ ਮੌਕਾ ਮਿਲਿਆ। ਉਹਨਾਂ ਨੂੰ ਬੇਨਤੀ ਕੀਤੀ ਵੀ ਦੁਨੀਆ 'ਤੇ ਸਭ ਤੋਂ ਖੁਸ਼ਕਿਸਮਤ ਕੌਮ ਕਿਹੜੀ ਹੈ। ਕਹਿਣ ਲੱਗੇ ਗਿਆਨੀ ਜੀ, ਦੁਨੀਆ 'ਤੇ ਸਭ ਤੋਂ ਖੁਸ਼ਕਿਸਮਤ ਕੌਮ ਕੇਵਲ ਅਤੇ ਕੇਵਲ ਸਿੱਖ ਕੌਮ ਹੈ, ਜਿਹੜੀ ਗਿਆਨ ਨੂੰ ਮੱਥਾ ਟੇਕਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਦਾ ਸਾਗਰ ਹੈ। ਮੇਰਾ ਸਿਰ ਝੁਕ ਜਾਂਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਵਿਚਾਰ ਕਰਕੇ ਇਸ ਮਹਾਨ ਗ੍ਰੰਥ ਨੂੰ ਰਚਣ ਦਾ ਪ੍ਰੋਗਰਾਮ ਬਣਾਇਆ। ਭਾਗਾਂ ਵਾਲਿਓ, ਜਿਹੜੀ ਬਾਣੀ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵੀ ਬਾਣੀ ਉਚਾਰਨ ਕਰਦੇ ਨੇ ਤੇ ਉਹ ਫਰਮਾਉਂਦੇ ਨੇ ਕਿ ਧੁੜਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਅਕਾਲ ਪੁਰਖ ਵੱਲੋਂ ਭੇਜੀ ਹੋਈ ਬਾਣੀ ਇਕੱਤਰ ਕੀਤੀ ਹੈ ਮਹਾਰਾਜ ਨੇ, ਔਰ ਮੱਕੇ ਦੀ ਧਰਤੀ 'ਤੇ ਵੀ ਗਏ। ਉਸ ਵੇਲੇ ਵੀ ਬਾਬੇ ਦੇ ਕੋਲ ਪੋਥੀ ਸੀ। ਵੱਡੇ ਵੱਡੇ ਕਾਜੀ ਬਾਬੇ ਨੂੰ ਘੇਰ ਕੇ ਖਲੋ ਗਏ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਜੀ ਕਿਰਪਾ ਕਰਕੇ ਦੱਸੋ, ਸੰਸਾਰ 'ਤੇ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ ਹੈ? ਬਾਬਾ ਜੀ ਨੇ ਜਵਾਬ ਦਿੱਤਾ, ਬਾਬਾ ਬੋਲੇ, ਹਾਜੀਓ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਅਮਲ ਚੰਗੇ ਨਹੀਂ ਤੇ ਬੰਦਾ ਕਿਸੇ ਵੀ ਧਰਮ 'ਚ ਹੋਵੇਗਾ ਉਹਦੀ ਤੋਹੀਨ ਕਰਵਾ ਦੇਵੇਗਾ। ਉਹ ਲੋਕ ਵੇਖੋ ਕਿੰਨੇ ਸਿਆਣੇ ਸੀ। ਉਹਨੇ ਆਖਿਆ, ਬਾਬਾ ਹੋ ਸਕਦਾ ਮੱਕੇ ਦੀ ਧਰਤੀ 'ਤੇ ਦੂਜੀ ਬੜਾ ਨਾਮ ਹੈ, ਆਪਣੀ ਕੋਈ ਨਿਸ਼ਾਨੀ ਦੇ ਜੋ। ਭਾਈ ਗੁਰਦਾਸ ਜੀ ਲਿਖਦੇ ਆ ਕਿ ਧੜੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕੜਾਈ। ਬਾਬੇ ਨਾਨਕ ਦੇ ਚਰਨਾਂ ਦੀ ਖੜਾਂ ਦੀ ਪੂਜਾ ਮੱਕੇ ਦੀ ਧਰਤੀ 'ਤੇ ਹੁੰਦੀ ਹੈ। ਅਤੇ ਸਿੱਖਾਂ ਨੂੰ ਪਤਾ ਨਹੀਂ ਕੀ ਦਿਸ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਅੱਜ ਕਬਰਾਂ ਦੇ ਬੱਲੇ ਤੁਰੇ ਫਿਰਦੇ ਆ। ਉਸ ਵੇਲੇ ਇੱਕ ਕਾਜੀ ਹੋਇਆ, ਉਸ ਕਾਜੀ ਰੁਕਮਨਦੀਨ ਨੇ ਆਖਿਆ, ਬਾਬਾ ਮੈਂ ਤੇਰੀ ਬਾਣੀ ਨੂੰ ਪੜ੍ਹਿਆ ਕਰਾਂਗਾ। ਜਪਜੀ ਸਾਹਿਬ ਜੀ ਦਾ ਜਾਪ ਆਪਣੇ ਘਰ ਵਿੱਚ ਕਰਨ ਲੱਗ ਪਿਆ। ਇਤਿਹਾਸ ਦੇ ਪੰਨੇ ਕਹਿੰਦੇ ਆ ਕਿ ਮੁਗਲ ਹਕੂਮਤ ਨੇ ਉਸ ਨੂੰ ਸ਼ਹੀਦ ਕਰ ਦਿੱਤਾ, ਉਸ ਨੂੰ ਖਤਮ ਕਰ ਦਿੱਤਾ, ਪਰ ਉਹਦੀ ਬਾਣੀ ਨਾਲ ਪ੍ਰੀਤ ਕੋਈ ਨਹੀਂ ਤੋੜ ਸਕਿਆ। ਇਸੇ ਤਰ੍ਹਾਂ ਮਹਾਰਾਜ ਜਦੋਂ ਗੱਦੀ ਦਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਅਤੇ ਪੋਥੀ ਜੋਗ ਜਾਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਵਾਲੇ ਕੀਤੀ। ਇਸੇ ਤਰ੍ਹਾਂ ਇਹ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਆਈ। ਉਹਨਾਂ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਆਈ ਹੈ। ਸਮਾਂ ਆਉਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਇੱਕ ਦਿਨ ਦਰਬਾਰ ਲੱਗਾ ਹੋਇਆ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਕੁਝ ਕੀਰਤਨੀਆਂ ਸਿੰਘਾਂ ਨੇ ਸ਼ਬਦ ਪੜ੍ਹੇ। ਅੱਜ ਵੀ ਕਈ ਪੰਗਤੀਆਂ ਅਸੀਂ ਟਰਾਲੀਆਂ 'ਤੇ ਲਿਖੀਆਂ ਮਿਲ ਜਾਂਦੀਆਂ ਜਿਹੜੀਆਂ ਗੁਰਬਾਣੀ ਦੀਆਂ ਨਹੀਂ। ਉਸ ਵੇਲੇ ਇਤਿਹਾਸਕਾਰ ਲਿਖਦੇ ਆ ਕਿ ਮਿਹਰਬਾਨ ਜਿਹੜਾ ਪ੍ਰਿਥਵੀ ਦਾ ਪੁੱਤ ਸੀ, ਉਹ ਕਵਿਸ਼ਰੀ ਕਰਦਾ ਸੀ, ਅਤੇ ਉਹਨਾਂ ਦੀਆਂ ਪੰਗਤੀਆਂ ਦੇ ਅੰਦਰ ਬਾਬੇ ਨਾਨਕ ਦੀ ਮੋਹਰ ਲਾ ਦਿੰਦਾ ਸੀ। ਇੰਝ ਭੁਲੇਖਾ ਲੱਗੇ ਵੀ ਇਹ ਬਾਬੇ ਨਾਨਕ ਦੀ ਬਾਣੀ ਹੈ। ਜਦੋਂ ਕੀਰਤਨੀਏ ਸਿੱਖਾਂ ਨੇ ਬਾਣੀ ਪੜ੍ਹੀ ਹੈ ਔਰ ਗੁਰੂ ਕੇ ਸਿੱਖਾਂ ਨੇ ਵਿਚਾਰਿਆ, ਕਹਿਣ ਲੱਗੇ, ਭਲਿਓ ਇਹ ਸਤਿਗੁਰੂ ਜੀ ਦੀ ਬਾਣੀ ਨਹੀਂ, ਇਸ ਦਰ 'ਤੇ ਬਾਣੀ ਇਹ ਪ੍ਰਵਾਨ ਨਹੀਂ ਹੋਵੇਗੀ। ਅੱਜ ਵੀ ਸਿੱਖ ਰਹਿਤ ਮਰਜ਼ਾਦਾ ਪੜ੍ਹੋ, ਉਹਦੇ ਵਿੱਚ ਦਰਜ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾੜਾਂ, ਭਾਈ ਨੰਦ ਲਾਲ ਦੀਆਂ ਰਚਨਾ ਔਰ ਗੁਰਬਾਣੀ ਦਾ ਕੀਰਤਨ ਹੀ ਕੇਵਲ ਸੰਗਤ ਵਿੱਚ ਕੀਤਾ ਜਾ ਸਕਦਾ ਹੈ, ਕੋਈ ਹੋਰ ਬਾਣੀ ਨਹੀਂ ਪੜ੍ਹੀ ਜਾ ਸਕਦੀ। ਉਸ ਵੇਲੇ ਲੋਕ ਕਿੰਨੇ ਸਿਆਣੇ ਸੀ। ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਰਾਗੀ ਸਿੰਘਾਂ ਨੂੰ ਪੁੱਛਿਆ ਗਿਆ, ਰਾਗੀ ਸਿੰਘਾਂ ਨੇ ਹੱਥ ਜੋੜ ਦਿੱਤੇ, ਮਹਾਰਾਜ ਸਾਨੂੰ ਨਹੀਂ ਪਤਾ ਵੀ ਸੱਚ ਕੀ ਹੈ, ਕੱਚ ਕੀ ਹੈ। ਇਹ 'ਤੇ ਭਾਈ ਗੁਰਦਾਸ ਬੇਨਤੀ ਕਰਦੇ ਹੈ, ਕਹਿੰਦੇ ਮਹਾਰਾਜ ਫਿਰ ਆਪ ਜੀ ਇਸ ਬਾਣੀ ਨੂੰ ਰਚੋ ਤਾਂ ਕਿ ਪਤਾ ਲੱਗ ਸਕੇ ਵੀ ਸੱਚੀ ਬਾਣੀ ਕਿਹੜੀ ਹੈ। ਸਤਿਗੁਰੂ ਚਾਹੁੰਦੇ ਸੀ ਕਿ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਾਵੇ। ਕਈ ਵਾਰ ਇੱਕ ਥਾਂ 'ਤੇ ਮਨੁੱਖ ਹੁੰਦਾ ਹੈ, ਉਹਦੇ ਦਰਸ਼ਨ ਕਰਨੇ ਚਾਹੁੰਦੇ ਹੈ, ਪਰ ਇਸ ਗ੍ਰੰਥ ਦੇ ਥਾਂ ਥਾਂ 'ਤੇ ਲੋਕੀ ਦਰਸ਼ਨ ਕਰ ਸਕਦੇ ਹੈ। ਮਹਾਰਾਜ ਨੇ ਸੋਚ ਵਿਚਾਰ ਕਰਨ ਤੋਂ ਬਾਅਦ ਮਹਾਨ ਗ੍ਰੰਥ ਦੀ ਰਚਨਾ ਕਰਨ ਵਾਸਤੇ ਜਿਵੇਂ ਫੈਸਲਾ ਕੀਤਾ, ਉਸ ਵੇਲੇ ਦੇ ਨਕਸ਼ੇ ਨੂੰ ਮੇਰੇ ਸਾਥੀ ਇਹਨਾਂ ਲੈਣਾ ਰਾਹੀਂ ਇੰਜ ਬਿਆਨ ਕਰ। ਇੱਕ ਓੰਕਾਰ ਤੋਂ ਸੀ ਸ਼ੁਰੂ ਕਰਾ ਲਿਆ, ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ, ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ। ਫੇਰੀ ਹੇਠਾਂ ਬੈਠ ਅੱਖਰ ਬਿਆਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਇੱਕ ਓੰਕਾਰ ਤੋਂ ਸੀ ਸ਼ੁਰੂ ਕਰਾ ਲਿਆ, ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ, ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ। ਫੇਰੀ ਹੇਠਾਂ ਬੈਠ ਅੱਖਰ ਬਿਆਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਛੇ ਗੁਰੂਆਂ ਨੇ ਇਹਨੂੰ ਹੱਥੀ ਸਿੰਜਿਆ, ਪ੍ਰੇਮ ਵਿੱਚ ਇੱਕ ਇੱਕ ਬੋਲ ਪਿੰਜਿਆ,
ਪ੍ਰੇਮ ਵਿੱਚ ਇੱਕ ਇੱਕ ਬੋਲ ਪਿੰਜਿਆ। ਮਾਣ ਕਰਾਂ ਮੈਂ ਵੀ ਹੀਰਿਆਂ ਦੀ ਖਾਣ ਤੇ, ਉਹ ਹੀਰਿਆਂ ਦੀ ਖਾਣ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। 11 ਪੱਟ ਸਿਫਤ ਅਲਾਹੀ ਉਸ ਦੀ, ਪਰਦੇਸ ਵਈਏ ਨੇ ਗਵਾਈ ਉਸ ਦੀ, ਪਰਦੇਸ ਵਈਏ ਨੇ ਗਵਾਈ ਉਸ ਦੀ। ਓ ਮਿੱਠੜੇ ਸ਼ਬਦ ਸਭ ਦੀ ਜ਼ਬਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। 15 ਭਗਤ ਲਿਖ ਗਏ ਭੰਡਾਰ ਜੀ, ਝੁਕਦਾ ਜਹਾਨ ਜਿੰਨੂੰ ਪਾਸੇ ਚਾਰ ਜੀ, ਝੁਕਦਾ ਜਹਾਨ ਜਿੰਨੂੰ ਪਾਸੇ ਚਾਰ ਜੀ। ਉਹ ਸਾਰਿਆਂ ਨੂੰ ਮਾਣ ਅੱਖਰ ਗਿਆਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਉਹ ਲਿਖੀ ਸਾਰੀ ਬਾਣੀ ਵਿੱਚ 31 ਰਾਗ ਨੇ, ਵੱਜਦੇ ਜਾਂ ਨਾਦ ਛੇੜਦੇ ਵੈਰਾਗ ਨੇ, ਵੱਜਦੇ ਜਾਂ ਨਾਦ ਛੇੜਦੇ ਵੈਰਾਗ ਨੇ। ਭਈ ਹੋਵਾਂ ਜਦੋਂ ਦੂਰ ਬਾਣ ਆਵੇ ਜਾਣ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਗੁਰੂ ਜੀ ਗ੍ਰੰਥ ਵਿੱਚ 22 ਵਾਰਾਂ ਨੇ, ਗਾਵਦੇ ਕਵੀ ਸ਼ਿਰ ਤੇ ਲਾਉਂਦੇ ਟਾਰਾਂ ਨੇ, ਗਾਵਦੇ ਕਵੀ ਸ਼ਿਰ ਤੇ ਲਾਉਂਦੇ ਟਾਰਾਂ ਨੇ। ਓ ਵਾਰੇ ਵਾਰੇ ਜਾਵਾਂ ਤੇਰੀ ਉੱਚੀ ਸ਼ਾਨ ਤੇ, ਓ ਤੇਰੀ ਉੱਚੀ ਸ਼ਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਭਾਈ ਮਰਦਾਨਾ ਸੁੰਦਰ ਪਿਆਰਾ ਦੀ, ਸੱਤੇ ਬਲਵੰਡੇ ਲਿਖੀਆਂ ਨੇ ਵਾਰਾਂ ਦੀ, ਸੱਤੇ ਬਲਵੰਡੇ ਲਿਖੀਆਂ ਨੇ ਵਾਰਾਂ ਦੀ। ਭਈ ਮਿੱਠੀ ਧੁਨ ਛੇੜਦੀ ਆ ਵਾਰ ਗਾਣ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਏਕਤਾ ਦਾ ਹੋਕਾ ਦਿੱਤਾ ਗੁਰੂ ਗ੍ਰੰਥ ਨੇ, ਚੜ੍ਹਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ, ਚੜ੍ਹਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ। ਭਈ ਲਿਖਣੇ ਦਾ ਤੈਥੋਂ ਸੱਤਾ ਮੰਗੇ ਦਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਉਹ ਭਾਈ ਮਰਦਾਨਾ ਸੁੰਦਰ ਪਿਆਰਾ ਦੀ, ਸੱਤੇ ਬਲਵੰਡੇ ਲਿਖੀਆਂ ਨੇ ਵਾਰਾਂ ਦੀ, ਸੱਤੇ ਬਲਵੰਡੇ ਲਿਖੀਆਂ ਨੇ ਵਾਰਾਂ ਦੀ। ਉਹ ਮਿੱਠੀ ਧੁਨ ਛਿੜਦੀ ਆ ਰਾਗ ਗਾਣ ਤੇ, ਉਹ ਹਾਂ ਜੀ ਰਾਗ ਗਾਣ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਏਕਤਾ ਦਾ ਹੋਕਾ ਦਿੱਤਾ ਗੁਰੂ ਗ੍ਰੰਥ ਨੇ, ਚੜ੍ਹਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ, ਚੜ੍ਹਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ। ਭਈ ਸਾਰਿਆਂ ਨੂੰ ਮਾਣ ਅੱਖਰ ਗਿਆਨ ਤੇ, ਉਹ ਅੱਖਰ ਗਿਆਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ, ਐਸਾ ਨਾ ਗ੍ਰੰਥ ਕੋਈ ਵੀ ਜਹਾਨ ਤੇ। ਮਹਾਰਾਜ ਇਸ ਮਹਾਨ ਗ੍ਰੰਥ ਨੂੰ ਰਚਨਾ ਚਾਹੁੰਦੇ ਹੈ। ਉਹਨਾਂ ਨੇ ਹੁਕਮ ਲਾਇਆ ਕਿ ਕਿਸੇ ਵੀ ਸਿੱਖ ਕੋਲ ਗੁਰੂ ਦੀ ਬਾਣੀ ਦਾ ਸ਼ਬਦ ਹੋਵੇ, ਜਿਹੜਾ ਗੁਰਮਤਿ ਦੀ ਕਸਵੱਟੀ ਤੇ ਉਤਰਦਾ ਹੋਵੇ, ਉਸ ਨੂੰ ਲੈ ਕੇ ਆਓ। ਆਏ ਨੇ ਸਿੱਖ ਪਿਆਰੇ, ਔਰ ਇਹ ਵੀ ਬਾਣੀ ਗੋਂਦਵਾਲ ਸਾਹਿਬ ਜੀ ਦੀ ਧਰਤੀ ਤੇ ਹੈ, ਭਾਈ ਮੋਹਨ ਜੀ ਦੇ ਪਾਸ ਹੈ। ਮੈਨੂੰ ਨਹੀਂ ਪਤਾ ਕਿ ਪਹਿਲੋਂ ਭਾਈ ਸਾਹਿਬ ਕਿੰਨੀਆਂ ਕੁ ਵਿਚਾਰਾਂ ਆਪ ਜੀ ਨੇ ਸਾਂਝੀਆਂ ਕਰ ਗਏ, ਕਿਉਂਕਿ ਮੈਂ ਲੇਟ ਆਇਆ। ਮੈਂ ਥੋੜ੍ਹਾ ਹੀ ਸਮਾਂ ਆਪ ਜੀ ਦਾ ਲੈਣਾ, ਮੈਂ ਖਿਮਾ ਮੰਗ ਲੈਣੀ ਹੈ। ਤਾਂ ਮੈਂ ਬੇਨਤੀ ਕਰਾਂ, ਭਾਗਾਂ ਵਾਲਿਓ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ ਭਾਈ ਮੋਹਨ ਜੀ ਦੇ ਪਾਸ ਭੇਜਿਆ ਗਿਆ, ਪੋਥੀਆਂ ਲੈਣ ਵਾਸਤੇ ਭੇਜਿਆ ਗਿਆ। ਬਾਬਾ ਮੋਹਨ ਜੀ ਕਹਿਣ ਲੱਗੇ ਕਿ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਦਾ ਹੁਕਮ ਸੀ ਕਿ ਪੋਥੀਆਂ ਗੁਰੂ ਜੋਤ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਣੀਆਂ, ਕਿਉਂਕਿ ਉਸ ਵੇਲੇ ਗੁਰੂ ਦੇ ਪੁੱਤਰ ਵੀ ਆਪੋ ਆਪਣਾ ਢੰਗ ਚਲਾ ਰਹੇ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਆਪ ਗੋਂਦਵਾਲ ਸਾਹਿਬ ਜੀ ਦੀ ਧਰਤੀ ਤੇ ਗਏ ਔਰ ਬਾਬੇ ਮੋਹਨ ਨੇ ਉਹ ਪੋਥੀਆਂ ਦਿੱਤੀਆਂ, ਮਹਾਰਾਜ ਜੀ ਨੇ ਉਸ ਪੋਥੀਆਂ ਨੂੰ ਪਾਲਕੀ ਵਿੱਚ ਸਜਾ ਲਿਆ, ਨੰਗੇ ਪੈੜੀਂ ਚੌੜ ਕਰਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਪੋਥੀਆਂ ਲੈ ਕੇ ਆਏ
ਅੱਜ ਵੀ ਕਿਤੇ ਗੋਂਦਵਾਲ ਸਾਹਿਬ ਜੀ ਦੀ ਧਰਤੀ ਤੇ ਜਾਓ, ਉਹ ਪਾਲਕੀ ਅੱਜ ਵੀ ਸਿੱਖ ਸੰਗਤਾਂ ਨੇ ਸਾਂਭੀ ਹੋਈ ਹੈ, ਜਿਹਦੇ ਦਰਸ਼ਨ ਦਿਦਾੜੇ ਕੀਤੇ ਜਾ ਸਕਦੇ ਹੈ। ਫਿਰ ਡਿਊਟੀ ਲਾਈ ਗਈ ਕਿ ਭਾਈ ਗੁਰਦਾਸ ਜੀ ਦੀ, ਕਿ ਅਸੀਂ ਲਿਖਾਵਾਂਗੇ, ਆਪ ਜੀ ਨੇ ਲਿਖੀ ਜਾਣਾ। ਬਾਣੀ ਲਿਖ ਰਹੇ ਨੇ ਭਾਈ ਗੁਰਦਾਸ ਜੀ, ਲਿਖਾ ਰਹੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਕੁਝ ਭਗਤ ਪਹੁੰਚ ਗਏ, ਮਹਾਰਾਜ ਸਾਡੀ ਬਾਣੀ ਦਰਜ ਕਰੋ। ਕਾਨੂੰ, ਪੀਲੂ, ਛੱਜੂ, ਇਹੋ ਜਿਹੇ ਲੋਕ ਪਹੁੰਚੇ। ਜਦੋਂ ਉਹਨਾਂ ਨੇ ਆਪਣੀ ਬਾਣੀ ਪੜ੍ਹ ਕੇ ਸੁਣਾਈ ਤੇ ਸਤਿਗੁਰੂ ਕਹਿਣ ਲੱਗੇ ਕਿ ਇਹ ਬਾਣੀ ਗੁਰਮਤਿ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਉਹਨਾਂ ਇੱਥੋਂ ਤੱਕ ਧਮਕੀ ਦਿੱਤੀ ਵੀ ਅਸੀਂ ਵੇਖਾਂਗੇ ਤੁਹਾਨੂੰ ਵੀ ਇਹ ਗ੍ਰੰਥ ਕਿਵੇਂ ਰਚ ਲੈਂਦੇ ਜੇ। ਧਮਕੀ ਦਿੰਦੇ ਹੋਏ ਚਲੇ ਗਏ। ਅੱਜ ਦੁਨੀਆ ਦੇ ਲੋਕ ਕਹਿੰਦੇ ਆ ਕਿ ਕੋਈ ਭਗਤਾਂ ਦਾ ਸਤਿਕਾਰ ਨਹੀਂ ਕਰਦਾ, ਪਰ ਜਿੰਨਾ ਸਤਿਕਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਗਤਾਂ ਦਾ ਕੀਤਾ ਏ, ਉਹਨਾਂ ਸਤਿਕਾਰ ਕਿਸੇ ਨੇ ਨਹੀਂ ਕੀਤਾ ਹੋਵੇਗਾ। ਮਹਾਰਾਜ ਬਾਬੇ ਨਾਨਕ ਦੀ ਬਾਣੀ ਲਿਖਦੇ ਨੇ ਤੇ ਮਹੱਲਾ ਪਹਿਲਾ ਲਿਖਦੇ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਲਿਖਦੇ ਨੇ, ਮਹੱਲਾ ਦੂਜਾ ਲਿਖਦੇ ਹੈ। ਪਰ ਜਦੋਂ ਭਗਤਾਂ ਦੀ ਬਾਣੀ ਮਹਾਰਾਜ ਲਿਖਦੇ ਹੈ, ਉਸ ਵੇਲੇ ਨਾਂ ਲਿਖ ਕੇ ਲਿਖਦੇ ਨੇ ਕਿ ਬਾਣੀ ਭਗਤ ਨਾਮ ਦੇਵ ਜੀਓ ਕੀ। ਜੀਓ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਤਿਕਾਰ ਵਜੋਂ ਵਰਤਦੇ ਹੈ। ਬਾਣੀ ਭਗਤ ਰਵਿਦਾਸ ਜੀਓ ਕੀ। ਜੀਓ ਸ਼ਬਦ ਮਹਾਰਾਜ ਉਹਨਾਂ ਭਗਤਾਂ ਦੇ ਸਤਿਕਾਰ ਨਾਲ ਲਾਉਂਦੇ ਹੈ। ਜਿੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਗਤਾਂ ਨੂੰ ਦਿੱਤਾ, ਉਹਨਾਂ ਸਤਿਕਾਰ ਦੁਨੀਆ ਦੇ ਲੋਕ ਇਹਨਾਂ ਨੂੰ ਨਹੀਂ ਦੇ ਸਕਦੇ। ਤੋਂ ਮੈਂ ਬੇਨਤੀ ਕਰਦਿਆਂ ਹਾਂ, ਭਾਗਾਂ ਵਾਲਿਓ, ਮਹਾਰਾਜ ਜੀ ਨੇ ਬਾਣੀ ਲਿਖ ਦਿੱਤੀ। ਜਦੋਂ ਬਾਣੀ ਲਿਖੀ ਗਈ ਨਾ, ਤੇ ਮਹਾਰਾਜ ਸਾਰੀ ਰਾਤ ਸੋਚਦੇ ਆਏ ਕਿ ਇਸ ਮਹਾਨ ਗੁਰੂ ਕੇ ਵਜ਼ੀਰ ਦੀ ਸੇਵਾ ਕਿਸ ਨੂੰ ਦੇਣੀ ਹੈ। ਉਹਨਾਂ ਦੀ ਨਿਗਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 'ਤੇ ਪੈਂਦੀ ਹੈ। ਅਸੀਂ ਵੀ ਕਹਿੰਦੇ ਹਾਂ ਪਿੰਡ ਵਿੱਚ ਗੁਰਦੁਆਰਾ ਜਿਹੜਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੈ, ਗੁਰੂ ਕਾ ਵਜ਼ੀਰ ਹੈ। ਸਿੱਖਾਂ ਦੇ ਗ੍ਰੰਥੀ ਕਿਹੋ ਜਿਹੇ ਹੋਣੇ ਚਾਹੀਦੇ ਹੈ? ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ। ਅਸੀਂ ਵੀ ਜਦੋਂ ਗੁਰੂ ਘਰ ਵਿੱਚ ਗ੍ਰੰਥੀ ਰੱਖਣਾ ਹੁੰਦਾ ਤੇ ਬੜੀ ਵਿਚਾਰ ਕਰਦੇ ਹਾਂ। ਕਈ ਭਲੇ ਮਾਨਸ ਤੇ ਕਹਿੰਦੇ ਵੀ ਦਈਏ ਕੁਝ ਨਾ ਤੇ ਰੱਖ ਲਓ, ਗੁਰਦੁਆਰੇ ਦਾ ਬੂਹਾ ਖੁੱਲ੍ਹਦਾ ਰਹੇ। ਭਾਗਾਂ ਵਾਲਿਓ, ਮਾਫ ਕਰਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਰੀ ਸੋਚ ਤੋਂ ਬਾਅਦ ਉਹਨਾਂ ਦੀ ਨਿਗਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 'ਤੇ ਗਈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 'ਤੇ ਉਹਨਾਂ ਦੀ ਨਿਗਾਹ ਕਿਉਂ ਗਈ, ਗੱਲ ਨੂੰ ਵਿਚਾਰਨੀ ਪਵੇਗੀ। ਕਿਉਂਕਿ ਬਾਣੀ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਆਈ ਸੀ। ਅਕਾਲ ਪੁਰਖ ਦੇ ਦਰ ਤੋਂ ਬਾਬਾ ਨਾਨਕ ਬਾਣੀ ਲੈ ਕੇ ਆਇਆ ਸੀ। ਤੇ ਜਿਹੜਾ ਪਹਿਲਾ ਸਿੱਖ ਬਣਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰੇ। ਔਰ ਗੁਰੂ ਅਰਜਨ ਦੇਵ ਮਹਾਰਾਜ ਵਿਚਾਰਦੇ ਨੇ ਕਿ ਮਹਾਨ ਗ੍ਰੰਥੀ ਦੀ ਸੇਵਾ ਜਿਹੜੀ ਦੇਣੀ ਹੈ ਨਾ, ਉਸ ਮਨੁੱਖ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕੀਤੀ ਹੈ। ਬਚਪਨ ਦੇ ਅੰਦਰ ਇੱਕ ਸਾਖੀ ਆਉਂਦੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਰਾਵੀ ਦੇ ਕੰਢੇ 'ਤੇ ਗਏ। ਮਰਦਾਨੇ ਨੂੰ ਆਖਿਆ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਏ, ਧੁੜਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਬਾਣੀ ਪੜ੍ਹਦੇ ਅਸੀਂ ਬਾਬਾ ਨਾਨਕ ਮਰਦਾਨਾ ਰਬਾਬ ਵਜਾ ਰਿਹਾ ਸੀ, ਤੇ ਇੱਕ ਛੋਟਾ ਜਿਹਾ ਬਾਲਕ ਭਾਈ ਬੂੜਾ ਸਤਿਗੁਰੂ ਦੇ ਸੰਗ ਆ ਕੇ ਖਲੋ ਗਿਆ। ਕਹਿੰਦਾ, ਮਹਾਰਾਜ ਨਾਲੇ ਗਰਮ ਗਰਮ ਦੁੱਧ ਛਕੋ, ਨਾਲੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ। ਸਤਿਗੁਰੂ ਕਹਿੰਦੇ ਵੀ ਹੈ ਤੂੰ ਬੱਚਾ ਤੇ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਲਿਹਾਜ਼ਾ ਸਿੱਖ ਜਗਤ ਨੇ ਉਸ ਬੱਚੇ ਦਾ ਨਾਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਰੱਖ ਦਿੱਤਾ। ਇੱਕ ਬੜਾ ਮੁੱਖ ਨੂੰ ਕੜੋ, ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਸ ਦਿਨ ਤੋਂ ਹੀ ਗੁਰੂ ਘਰ ਦੀ ਸੇਵਾ ਕਰਦੇ ਰਹੇ। ਉਹਨਾਂ ਦੀ ਉਮਰ 126 ਸਾਲ ਹੋਈ। ਉਹਨਾਂ 113 ਸਾਲ ਗੁਰੂ ਦੇ ਲੇਖੇ ਲਾ ਦਿੱਤੀ। ਭਾਗਾਂ ਵਾਲਿਓ, ਸਮਾਂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੁਲਾਇਆ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਇਸ ਮਹਾਨ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕਰੀਏ? ਉਹਨਾਂ ਨੇ ਆਖਿਆ, ਇਸ ਮਹਾਨ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਆਪ ਅੱਗੇ ਚੱਲੋਗੇ, ਅਸੀਂ ਪਿੱਛੇ ਚੱਲਾਂਗੇ। ਸਿੱਖੋ, ਤਿੰਨ ਚੀਜ਼ਾਂ ਜਿਹੜੇ ਸਿੱਖ ਨੇ ਝੋਲੀਆਂ ਭਰਦੀਆਂ ਨੇ, ਉਹਨੂੰ ਸਮਝ ਲੈਣਾ ਚਾਹੀਦਾ ਹੈ। ਜਦੋਂ ਕਿਤੇ ਗੁਰਦੁਆਰਿਓਂ ਕਿਤੇ ਪ੍ਰਕਾਸ਼ ਖੜਦੇ ਆ ਨਾ, ਭਾਵੇਂ ਕਿਸੇ ਦੇ ਘਰ ਵਿੱਚ ਹੀ ਖੜਦੇ ਆ, ਉਹ ਤਿੰਨ ਹਸਤੀਆਂ ਨੂੰ ਚੇਤੇ ਕਰ ਲਿਆ ਕਰੋ। ਪਹਿਲੀ ਹਸਤੀ ਹੈ ਭਾਈ ਗੁਰਦਾਸ ਜੀ ਦੀ, ਕਿਉਂਕਿ ਭਾਈ ਗੁਰਦਾਸ ਜੀ ਅੱਗੇ ਅੱਗੇ ਪਾਣੀ ਤਰੌਂਕਦੇ ਜਾਂਦੇ ਹੈ। ਦੂਜੀ ਹਸਤੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ, ਜਿਸ ਨੇ ਮਹਾਰਾਜ ਜੀ ਦਾ ਸਰੂਪ ਆਪਣੇ ਸੀਸ 'ਤੇ ਚੱਕਿਆ ਹੈ। ਤੀਜੀ ਹਸਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਆਪ, ਬਾਣੀ ਨੂੰ ਚੌੜ ਕਰਦੇ ਜਾ ਰਹੇ ਨੇ। ਅਤੇ ਜਿੰਨੇ ਝੋਲੀਆਂ ਭਰਦੀਆਂ ਹੁੰਦੀਆਂ, ਜਦੋਂ ਕਿਤੇ ਪ੍ਰਕਾਸ਼ ਗੁਰੂ ਘਰੋਂ ਕਿਤੇ ਜਾਂਦਾ ਹੈ ਅਤੇ ਰਸਤੇ ਵਿੱਚ ਜਦੋਂ ਕਿਤੇ ਦਰਸ਼ਨ ਹੋਣ, ਪੈੜਾਂ ਤੋਂ ਜੋੜਾ ਤਾੜ ਕੇ ਜਦੋਂ ਗੁਰੂ ਨੂੰ ਫਤਿਹ ਬੁਲਾਓਗੇ ਤੇ ਸਤਿਗੁਰੂ ਕਿਰਪਾ ਕਰ ਦੇਣਗੇ
ਮੇਰਾ ਕਰ ਦੇਣਗੇ, ਝੋਲੀਆਂ ਭਰ ਜਾਣਗੀਆਂ। ਭਾਗਾਂ ਵਾਲਿਓ, ਜੇ ਸਾਡੀ ਭਾਵਨਾ ਬਣ ਜਾਵੇ ਕਿ ਅਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਤੱਕ ਰਹੇ ਹਾਂ, ਭਾਈ ਗੁਰਦਾਸ ਜੀ ਨੂੰ ਤੱਕ ਰਹੇ ਹਾਂ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਕ ਰਹੇ ਹਾਂ। ਪ੍ਰਕਾਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਵੀਰ ਨੂੰ ਸੀਸ 'ਤੇ ਉਠਾਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਚੌੜ ਕਰਦੇ ਜਾ ਰਹੇ ਨੇ, ਸਿੱਖ ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਏ, ਔਰ ਗੁਰਬਾਣੀ ਦੇ ਸ਼ਬਦ ਪੜ੍ਹੇ ਜਾ ਰਹੇ ਸਨ। ਬੜੀ ਰੌਣਕ ਲੱਗੀ ਹੋਈ ਸੀ। ਹਰਿਮੰਦਰ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਕੀਤਾ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤਾਬਿਆਂ 'ਚ ਨਹੀਂ ਬੈਠੇ, ਬਾਹੋਂ ਪਕੜ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਤਾਬਿਆਂ 'ਚ ਬਹਾ ਦਿੱਤਾ। ਆਪਾਂ ਸ਼ਬਦ ਵਰਤਦੇ ਹਾਂ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਓ ਅਵਾਕ। ਆਵਾਜ਼ਾਂ, ਪਹਿਲੋਂ ਆਵਾਜ਼ਾਂ ਕਹਿੰਦੇ ਹੁੰਦੇ ਸੀ ਵੀ ਆਵਾਜ਼ ਲਓ, ਉਸ ਵੇਲੇ ਆਪਾਂ ਵਾਕ ਸ਼ਬਦ ਕਹਿੰਦੇ ਹਾਂ, ਲਓ ਅਵਾਕ ਸੁਣੇ ਸਭ ਪੰਥ। ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਜਿਹੜਾ ਪਹਿਲਾ ਹੁਕਮਨਾਮਾ ਲਿਆ ਸੀ, ਹੁਕਮਨਾਮਾ ਆਇਆ ਸੀ ਕਿ ਸੰਤਾਂ ਕੇ ਕਾਰਜ ਆਪ ਖੜੋਇਆ, ਹੜ ਕੰਮ ਕਰਾਵਣ ਆਇਆ ਰਾਮ। ਉਸ ਦਿਨ ਤੋਂ ਲੈ ਕੇ ਪ੍ਰਕਾਸ਼ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਹੋ ਗਿਆ। ਬੜੇ ਯਤਨ ਕੀਤੇ ਮੁਗਲ ਹਕੂਮਤ ਨੇ ਕਿ ਇਹਦੇ ਵਿੱਚ ਰਲਾ ਪਾ ਦਿਓ, ਬਾਣੀ ਅੜਲਾ ਦਿਓ। ਭਾਗਾਂ ਵਾਲਿਓ, ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਨੇ ਆਖਿਆ ਕਿ ਸਾਨੂੰ ਸ਼ਹੀਦੀ ਪਾਉਣੀ ਪ੍ਰਵਾਨ ਹੈ, ਪਰ ਇਸ ਧੁੜਕੀ ਬਾਣੀ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋਏ, ਸਿੱਖਾਂ ਨੂੰ ਮਹਾਨ ਗ੍ਰੰਥ ਮਿਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾੜੇ ਪੁੱਤਰ ਕੌਮ ਤੋਂ ਨਿਸ਼ਾਵਰ ਹੋਏ, ਸ਼ਹੀਦ ਹੋਏ, ਸਿੱਖਾਂ ਨੂੰ ਖਾਲਸਾ ਪੰਥ ਮਿਲਿਆ। ਤਾਈਓ ਸਿੱਖ 2 ਟਾਈਮ ਦੋਹੜਾ ਪੜ੍ਹਦਿਆਂ ਇਹ ਬੇਨਤੀ ਕਰਦਾ ਹੈ ਕਿ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਣਿਓ ਗ੍ਰੰਥ। ਸਿੱਖੋ, ਸਵੇਰ ਦਾ ਭੁੱਲਾ ਸ਼ਾਮ ਨੂੰ ਘੜ ਆ ਜੇ, ਉਹਨੂੰ ਭੁੱਲਾ ਨਹੀਂ ਕਹਿੰਦੇ। ਵਕਤ ਹੈ ਤਿਆਰ ਬਰ ਤਿਆਰ ਹੋ, ਗੁਰੂ ਵਾਲੇ ਬਣੋ। ਬੋਲਦਿਆਂ ਕਿਸੇ ਦਾ ਦਿਲ ਦੁਖਿਆ ਹੋਵੇ, ਕਿਉਂਕਿ ਮੈਂ ਕੌਮੀ ਯੋਧਿਆਂ ਦਾ ਹਮੇਸ਼ਾ ਹੀ ਸਤਿਕਾਰ ਕਰਦਾ ਹਾਂ। ਔੜੇ ਪ੍ਰਸੰਗ ਜਿਹੜਾ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਅਸੀਂ ਇਹ ਦਰਸਾਉਣ ਦਾ ਯਤਨ ਸ਼ਾਨ ਦੇ ਬੜ ਖਿਲਾਫ ਕੋਈ ਸ਼ਬਦ ਕਹਿ ਗਿਆ ਹੋਵਾਂ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹੋ। ਸਾਰੇ ਮਾਈ ਭਾਈ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।